अपने को सारे ने एक कॉपी पेन जरूर रखो, थोड़े को कुछ ड्रॉ करवाना है। अपने को सारे को एक कॉपी ते पेन होवे। दोबारा मैं रिपीट कर रहा, कॉपी पेन होना चाहिए सारे को। थानू लैक्चर में ਇਹਦੀ जरूरत पैनी, थोड़े को मैं कुछ सर्किट ड्रॉ करवाना है, इसलिए अपने को कॉपी ते पेन रख लो एक। दो तीन मिनट वेट कर लेंगे बाकी भी, फिर स्टार्ट करते हैं। चलो लेट अस स्टार्ट। स्क्रीन विजिबल हो रही सारे ਨੂੰ? ठीक है, ठीक है। देखो, प्रीवियस ਲੈਕਚਰ 'ਚ ਆਪਾਂ ਟੌਪਿਕ ਸਟਾਰਟ ਕੀਤਾ ਸੀਗਾ ਡਿਲੇਜ਼ ਇਨ VHDL। ਮਤਲਬ VHDL ਲੈਂਗੁਏਜ ਵਿੱਚ ਕਿਹੜੇ ਕਿਹੜੇ ਜਿਹੜੇ ਡਿਲੇ ਜਿਹੜੇ ਯੂਜ਼ ਹੁੰਦੇ ਨੇ ਟਾਈਪਸ ਤੇ, ਉਹ ਆਪਾਂ ਡਿਸਕਸ ਕਰਨੇ ਸਟਾਰਟ ਕੀਤੇ ਸੀ। ਤਿੰਨ ਟਾਈਪਸ ਤੇ ਦੇਖੋ ਡਿਲੇ ਹੁੰਦੇ VHDL ਦੇ ਵਿੱਚ। ਸਭ ਤੋਂ ਪਹਿਲਾਂ ਸੀਗਾ ਇਨਰਸ਼ੀਅਲ ਡਿਲੇ, ਫਿਰ ਟਰਾਂਸਪੋਰਟ ਡਿਲੇ ਤੇ ਫਿਰ ਡੈਲਟਾ ਡਿਲੇ। ਠੀਕ ਹੈ, ਤਿੰਨ ਡਿਲੇਜ਼ ਨੇ, ਇਨਰਸ਼ੀਅਲ, ਟਰਾਂਸਪੋਰਟ ਤੇ ਡੈਲਟਾ। ਆਪਾਂ ਕਿਹਾ ਸੀ ਜਿਹੜਾ ਇਨਰਸ਼ੀਅਲ ਡਿਲੇ ਹੈ ਇਹ ਕੀ ਹੈ? ਡਿਫਾਲਟ ਡਿਲੇ। ਜਿਹੜਾ ਬਾਈ ਡਿਫਾਲਟ ਜਿਹੜਾ ਪ੍ਰੋਗਰਾਮ ਦੇ ਵਿੱਚ ਯੂਜ਼ ਹੁੰਦਾ, ਲੈਂਗੁਏਜ ਦੇ ਵਿੱਚ ਯੂਜ਼ ਹੁੰਦਾ ਹੈ, ਉਹ ਕੀ ਹੈ? ਇਨਰਸ਼ੀਅਲ ਡਿਲੇ। ਠੀਕ ਹੈ, ਸੈਕਿੰਡ ਹੈ ਟਰਾਂਸਪੋਰਟ ਤੇ ਫਿਰ ਡੈਲਟਾ। ਹੁਣ ਦੇਖੋ ਇਨਰਸ਼ੀਅਲ ਡਿਲੇ ਕੀ ਸੀਗਾ?
ਇਨਰਸ਼ੀਅਲ ਡਿਲੇ ਤਾਂ ਹੈਗਾ, ਇੱਕ ਤਾਂ ਇਨਰਸ਼ੀਅਲ ਡਿਲੇ ਇਜ਼ ਅ ਡਿਫਾਲਟ ਡਿਲੇ ਆਫ ਦਾ VADL, ਠੀਕ ਹੈ। ਤੇ ਸੈਕਿੰਡ ਆਪਾਂ ਕਿਹਾ ਸੀ ਦਿਸ ਡਿਲੇ ਰਿਪਰੈਜ਼ੈਂਟ ਦਾ ਟਾਈਮ ਟੇਕਨ ਬਾय ਸਵਿਚਿੰਗ ਸਰਕਟ ਜਾਂ ਗੇਟਸ ਟੂ ਚੇਂਜ देयर ਆਊਟਪੁੱਟ ਸਟੇਟ। ਮਤਲਬ ਜਿਹੜੇ ਸਰਕਟ ਦੇ ਜਿੰਨੇ ਵੀ ਲੌਜਿਕ ਗੇਟਸ ਲੱਗੇ ਹੋਏ ਨੇ ਉਹਨਾਂ ਨੂੰ ਆਪਣੀ ਸਟੇਟ ਚੇਂਜ ਕਰਨ ਦੇ ਵਿੱਚ ਕਿੰਨਾ ਟਾਈਮ ਲੱਗ ਰਿਹਾ, ਠੀਕ ਹੈ, ਉਹਨਾਂ ਨੂੰ ਆਪਣੀ ਆਊਟਪੁੱਟ ਚੇਂਜ ਕਰਨ 'ਚ ਕਿੰਨਾ ਟਾਈਮ ਲੱਗ ਰਿਹਾ, ਉਹਨੂੰ ਆਪਾਂ ਕਹਿ ਦਿੱਤਾ ਸੀਗਾ ਇਨਰਸ਼ੀਅਲ ਡਿਲੇ। ਮਤਲਬ ਕੀ ਹੈ, ਆਪਾਂ ਸਿੰਪਲ ਐਗਜ਼ਾਮਪਲ ਲਈਏ, ਇਹ ਨੋਟ ਗੇਟ ਹੈ, ਠੀਕ ਹੈ, ਇਹਦੀ ਇਨਪੁਟ ਹੈ, ਇਹਦੀ ਆਊਟਪੁੱਟ ਹੈ, ਠੀਕ ਹੈ। ਜਦੋਂ ਤੁਸੀਂ ਇਹ ਸਪੋਜ਼ ਕਰੋ ਇਹ ਇਨਪੁਟ ਤੇ ਪਿਆ 0, ਆਊਟਪੁੱਟ ਤੇ ਤੁਹਾਨੂੰ ਪਤਾ ਹੀ ਹੈ ਨੋਟ ਦੇ ਵਿੱਚ ਕੀ ਆਊਗਾ 1, ਠੀਕ ਹੈ। ਹੁਣ ਸਪੋਜ਼ ਕਰੋ ਤੁਸੀਂ ਇਹਦੇ ਵਿੱਚ ਕੀ ਕਰ ਦਿੱਤਾ, ਇਹਦੀ ਇਨਪੁਟ ਨੂੰ ਚੇਂਜ ਕਰ ਦਿੱਤਾ 0 ਤੋਂ 1। ਹੁਣ ਤੁਹਾਨੂੰ ਪਤਾ ਹੈ ਕਿ ਆਊਟਪੁੱਟ ਵੀ 1 to ਕੀ ਹੋ ਜਾਣੀ ਚਾਹੀਦੀ ਇਸ ਕੇਸ ਦੇ ਵਿੱਚ, 1 to 0 ਦੇ ਵਿੱਚ ਚੇਂਜ ਹੋ ਜਾਣੀ ਚਾਹੀਦੀ ਹੈ, ਠੀਕ ਹੈ। ਜਿੱਦਾਂ ਇਨਪੁਟ 0 to 1 ਚੇਂਜ ਹੋਈ ਤਾਂ ਆਊਟਪੁੱਟ ਵੀ ਕੀ ਹੋਣਾ ਚਾਹੀਦਾ, 1 to 0 ਦੇ ਵਿੱਚ ਚੇਂਜ ਹੋ ਜਾਣੀ ਚਾਹੀਦੀ ਹੈ। ਇਨਰਸ਼ੀਅਲ ਡਿਲੇ ਕੀ ਦੱਸਦਾ ਹੈ, ਇਨਰਸ਼ੀਅਲ ਡਿਲੇ ਦੱਸਦਾ ਕਿ ਟਾਈਮ ਟੇਕਨ, ਕਿ ਇੱਕ ਗੇਟਸ ਦੇ ਜਦੋਂ ਆਪਾਂ ਸਰਕਟ ਇਨਪੁਟ ਦੇ ਵਿੱਚ ਚੇਂਜ ਕਰਾਂਗੇ ਉਹਦੇ ਕਿੰਨੀ ਦੇਰ ਬਾਅਦ ਆਊਟਪੁੱਟ ਦੇ ਵਿੱਚ ਸਾਨੂੰ ਚੇਂਜ ਮਿਲੇਗਾ, ਉਹਨੂੰ ਆਪਾਂ ਕਹਿ ਦਿੰਦੇ ਆ ਇਨਰਸ਼ੀਅਲ ਡਿਲੇ। ਤੇ ਹਰ ਗੇਟ ਦਾ ਕੋਈ ਨਾ ਕੋਈ, ਜਿੰਨੇ ਵੀ ਲੌਜਿਕ ਗੇਟਸ ਹੈ ਉਹਨਾਂ ਦਾ ਕੋਈ ਨਾ ਕੋਈ ਕੀ ਹੋਊਗਾ, ਇਨਰਸ਼ੀਅਲ ਡਿਲੇ ਹੋਏਗਾ, ਠੀਕ ਹੈ। एग्जाम्पल ले लो, एग्जाम्पल ਨਾਲ ਮੈਂ ਸਮਝਾਇਆ ਸੀ। ਸਪੋਜ਼ ਕਰੋ ਇਨਪੁਟ ਜਿਹੜੀ ਹੈਗੀ ਹੈ, ਇਨਪੁਟ ਹੈ A ਤੇ ਮੈਂ ਲਿਖ ਦਿੱਤਾ ਕਿ ਜਿਹੜਾ ਆਊਟਪੁੱਟ ਮੇਰੀ ਹੈਗੀ ਸਪੋਜ਼ ਕਰੋ B, ਠੀਕ ਹੈ। ਇਨਪੁਟ ਸਪੋਜ਼ ਕਰੋ ਮੇਰੀ A ਹੈ ਤੇ ਆਊਟਪੁੱਟ ਮੇਰੀ ਹੈ B। ਮੈਂ ਲਿਖ ਦਿੱਤਾ ਕਿ B ਦੀ ਵੈਲਿਊ A ਦੇ ਬਰਾਬਰ ਹੋ ਜਾਵੇ, A, ਠੀਕ ਹੈ, A ਦੇ ਵਿੱਚ ਜੋ ਵੀ ਹੈ, ਆਫਟਰ 20 ਨੈਨੋ ਸੈਕਿੰਡ। 20 ਨੈਨੋ ਸੈਕਿੰਡ ਤੋਂ ਬਾਅਦ ਇਹਦੇ ਅਕੋਰਡਿੰਗ ਜਿਹੜੀ ਹੈਗੀ ਹੈ B ਦੀ ਵੈਲਿਊ ਕੀ ਕਰਦੀ ਰਵੇ, ਚੇਂਜ ਹੁੰਦੀ ਰਵੇ। ਹੁਣ ਦੇਖੋ ਇਨਰਸ਼ੀਅਲ ਡਿਲੇ ਦੇ ਵਿੱਚ ਇੱਕ ਆ ਵੇਵ ਫਾਰਮ ਨਾਲ ਕੰਸੀਡਰ ਕਰੋ। ਆਪਾਂ ਹਜੇ ਲਿੱਤਾ A ਤੇ B ਲਿੱਤਾ, A ਸਾਡੀ ਹੈਗੀ ਇਨਪੁਟ। ਮੈਂ ਇੱਕ ਵੇਵ ਫਾਰਮ ਡਰਾ ਕਰ ਰਿਹਾ, 0 ਤੋਂ ਸਟਾਰਟ ਹੋ ਰਹੀ ਵੇਵ ਫਾਰਮ, ਠੀਕ ਹੈ। ਸਪੋਜ਼ ਕਰੋ 5 ਸੈਕਿੰਡ ਬਾਅਦ ਇਹ ਚੇਂਜ ਹੋਣਾ ਸ਼ੁਰੂ ਹੋ ਗਿਆ, ਠੀਕ ਹੈ। 1 ਕਿੰਨੀ ਦੇਰ ਲਈ, 10 ਸੈਕਿੰਡ ਦੇ ਲਈ 1 ਰਹਿੰਦਾ, ਫਿਰ 0 ਤੇ ਆ ਜਾਂਦਾ, ਠੀਕ ਹੈ। ਫਿਰ ਅੱਗੇ ਜਾ ਕੇ ਕੁਝ ਚੇਂਜ ਹੋਣਾ ਸ਼ੁਰੂ ਹੋ ਜਾਂਦਾ, 25 ਸੈਕਿੰਡ ਦੇ ਕਰੀਬ ਫਿਰ ਚੇਂਜ ਹੋਣਾ ਸ਼ੁਰੂ ਹੁੰਦਾ, ਠੀਕ ਹੈ। ਚੇਂਜ ਹੁੰਦਾ, ਹੁਣ ਕਿੰਨੀ ਦੇਰ ਚੇਂਜ ਰਹਿੰਦਾ, 45 ਸੈਕਿੰਡ ਲਈ ਚੇਂਜ ਰਹਿੰਦਾ, ਫਿਰ ਤੁਹਾਨੂੰ ਕੋਈ ਨਾ ਕੋਈ ਚੇਂਜ ਆਉਂਦਾ, ਠੀਕ ਹੈ। ਹੈਗਾ ਸਪੋਜ਼ ਕਰੋ 60 ਤੇ 62। ਹੁਣ ਤੁਹਾਨੂੰ ਕੋਈ ਇਹ ਵਾਲੀ ਪੇਪਰ ਦੇ ਵਿੱਚ ਜਾਂ ਕਿਤੇ ਵੀ ਕੋਈ ਇਹ ਵਾਲੀ ਇਨਪੁਟ ਵੇਵ ਫਾਰਮ ਦੇ ਦੇਵੇ, ਠੀਕ ਹੈ, ਇਹ ਜਿਹੜੀ ਹੈਗੀ ਹੈ A, ਤੇ ਤੁਹਾਨੂੰ ਇਹ ਸਟੇਟਮੈਂਟ ਲਿਖ ਕੇ ਦੇ ਦੇਵੇ ਕਿ ਤੁਸੀਂ B ਡਰਾ ਕਰਨੀ ਹੈ, ਠੀਕ ਹੈ, ਕਿਉਂਕਿ B ਦੀ ਵੈਲਿਊ A ਦੇ ਬਰਾਬਰ ਹੋਣੀ ਹੈ ਆਫਟਰ 20 ਨੈਨੋ ਸੈਕਿੰਡ, 20 ਨੈਨੋ ਸੈਕਿੰਡ ਦੇ ਬਾਅਦ ਉਹਦੀ ਬਰਾਬਰ ਹੋਣੀ ਹੈ, ਠੀਕ ਹੈ। ਹੁਣ ਇੱਕ ਗੱਲ ਇਹ 'ਚ ਧਿਆਨ ਦੇਣੀ, ਜਿਹੜਾ ਇਨਰਸ਼ੀਅਲ ਡਿਲੇ ਦੇ ਵਿੱਚ ਹੈ, ਅਗਰ 20 ਨੈਨੋ ਸੈਕਿੰਡ ਦੇ ਦਿੱਤਾ ਗਿਆ ਤੇ ਇਨਪੁਟ ਉਨੀ ਦੇਰ ਲਈ ਸਟੇਬਲ ਵੀ ਹੋਣੀ ਚਾਹੀਦੀ ਹੈ। ਜੇ ਇਨਪੁਟ ਉਸ ਤੋਂ ਪਹਿਲਾਂ ਹੀ ਚੇਂਜ ਕਰ ਜਾਂਦੀ ਹੈ, ਠੀਕ ਹੈ, ਇਨਪੁਟ ਉਸ ਤੋਂ ਪਹਿਲਾਂ ਹੀ ਚੇਂਜ ਕਰ ਜਾਂਦੀ ਹੈ ਤੇ ਸਾਨੂੰ ਆਊਟਪੁੱਟ ਦੇ ਵਿੱਚ ਉਹ ਵਾਲਾ ਚੇਂਜ ਦਿਖਣ ਨੂੰ ਨਹੀਂ ਮਿਲੇਗਾ। ਕਹਿਣ ਦਾ ਮਤਲਬ ਕੀ ਹੈ, ਦੇਖੋ ਇਹਦੀ ਮੈਂ ਆਊਟਪੁੱਟ ਡਰਾ ਕਰਨੀ ਸ਼ੁਰੂ ਕੀਤੀ, ਤੁਸੀਂ ਦੇਖਣਾ ਕਿ ਇਨਪੁਟ ਜਿਹੜਾ ਚੇਂਜ ਹੈ ਉਨੀ ਦੇਰ ਲਈ ਹੋ ਵੀ ਰਿਹਾ, ਇਹ ਚੇਂਜ ਕਿੰਨੀ ਦੇਰ ਲਈ ਹੋ ਰਿਹਾ, 10 ਨੈਨੋ ਸੈਕਿੰਡ ਦੇ ਲਈ ਸਿਰਫ ਚੇਂਜ ਹੋ ਰਿਹਾ। ਇੱਥੇ ਚੇਂਜ ਕਿੰਨੀ ਦੇਰ ਲਈ ਹੋ ਰਿਹਾ, 20 ਨੈਨੋ ਸੈਕਿੰਡ ਦੇ ਲਈ। ਇੱਥੇ ਚੇਂਜ ਕਿੰਨੀ ਦੇਰ ਲਈ ਹੋ ਰਿਹਾ, ਸਿਰਫ 2 ਨੈਨੋ ਸੈਕਿੰਡ ਦੇ ਲਈ ਚੇਂਜ ਹੋ ਰਿਹਾ। ਹੁਣ ਜਦੋਂ ਮੈਂ ਇਹਦੀ ਆਊਟਪੁੱਟ ਡਰਾ ਕਰਨ ਜਾਊਂਗਾ, ਠੀਕ ਹੈ, ਇਹਦੇ ਵਿੱਚ ਕੀ ਹੈ, B ਦੀ ਵੈਲਿਊ A ਦੇ ਬਰਾਬਰ ਹੋਣੀ ਚਾਹੀਦੀ 20 ਨੈਨੋ ਸੈਕਿੰਡ ਦੇ ਬਾਅਦ। ਮੈਂ ਇਹਨੂੰ ਕਿੱਦਾਂ ਡਰਾ ਕਰਾਂਗਾ, ਜੋ ਇੱਥੇ 0 ਤੇ ਸੀਗਾ ਉਹ 20 ਤੋਂ ਸਟਾਰਟ ਹੋਊਗਾ, ਠੀਕ ਹੈ। 0 ਤੇ ਜੋ ਵੀ ਸੀਗਾ ਉਹ 20 ਤੋਂ ਸਟਾਰਟ ਹੋਊਗਾ ਪਹਿਲਾਂ ਤਾਂ 20 ਨੈਨੋ ਸੈਕਿੰਡ ਕਿਉਂਕਿ ਆਪਾਂ ਦੇ ਦਿੱਤਾ। ਹੁਣ ਇੱਥੇ ਪਹੁੰਚੇ 5 ਤੇ ਆ ਗਿਆ, 5 ਮਤਲਬ ਕੀ ਹੈ, ਆਊਟਪੁੱਟ ਦੇ ਵਿੱਚ ਕੀ ਆ ਗਿਆ, 25, ਠੀਕ ਹੈ। ਹੁਣ ਦੇਖੋ ਪਰ ਇਹ ਵਾਲੀ ਜਿਹੜੀ ਆਊਟਪੁੱਟ ਹੈ ਇਹਦੀ ਚੇਂਜ ਕਿੰਨੀ ਦੇਰ ਲਈ ਹੋ ਰਿਹਾ, 10 ਨੈਨੋ ਸੈਕਿੰਡ ਲਈ ਚੇਂਜ ਹੋ ਰਿਹਾ, ਜਦਕਿ ਘੱਟ ਤੋਂ ਘੱਟ 20 ਨੈਨੋ ਸੈਕਿੰਡ ਲਈ ਚੇਂਜ ਹੋਊਗਾ ਤਾਂ ਹੀ ਆਊਟਪੁੱਟ ਦੇ ਵਿੱਚ ਆਊਗਾ। ਇਸ ਲਈ ਇਹ ਵਾਲੀ ਚੀਜ਼ ਜਿਹੜੀ ਚੇਂਜ ਹੋ ਰਿਹਾ ਆਊਟਪੁੱਟ ਦੇ ਵਿੱਚ ਆਣੀ ਨਹੀਂ, ਕਿਉਂਕਿ ਉਸ ਤੋਂ ਪਹਿਲਾਂ ਹੀ ਚੇਂਜ ਹੋ ਗਿਆ, ਡਿਲੇ ਤੋਂ ਪਹਿਲਾਂ ਹੀ ਇੱਦਾਂ ਹੀ ਰਹੂਗੀ, ਠੀਕ ਹੈ। 25 ਤੋਂ ਇੱਥੇ ਹੋ ਗਿਆ 25 + 20 45। ਹੁਣ ਇੱਥੋਂ ਦੇਖੋ ਇਹ ਜਿਹੜੀ ਚੇਂਜ ਹੋ ਰਿਹਾ ਸੀਗਾ, ਡਿਲੇ ਆ ਰਿਹਾ ਸੀਗਾ 20 ਨੈਨੋ ਸੈਕਿੰਡ ਦਾ ਆਪਾਂ ਡਿਲੇ ਲਿੱਤਾ, ਚੇਂਜ 20 ਸੈਕਿੰਡ ਲਈ ਰਹਿ ਰਿਹਾ। ਇਹਦਾ ਮਤਲਬ ਇਹ ਵਾਲਾ ਜਿਹੜਾ ਚੇਂਜ ਹੈ ਆਊਟਪੁੱਟ ਦੇ ਵਿੱਚ ਆਊਗਾ 45 ਤੋਂ ਲੈ ਕੇ
65 तक, ठीक है। फिर अगे आते रहे 60 ਤੇ पहुंचे, 60 आउटपुट ਦੇ ਵਿੱਚ ਕੀ ਹੋ ਗਿਆ 80। ਇਹਦੇ ਵਿੱਚ ਫਿਰ 2 ਨੈਨੋ ਸੈਕਿੰਡ ਦਾ ਜਿਹੜਾ ਡਿਲੇ ਸੀਗਾ ਇੱਥੇ ਨਹੀਂ ਆਊਗਾ, ਕਿਉਂਕਿ ਜਿਹੜੀ ਆਊਟਪੁੱਟ ਸਾਡੀ ਸਟੇਬਲ ਹੀ ਨਹੀਂ ਰਹਿ ਰਹੀ ਉਨੀ ਦੇਰ ਦੇ ਲਈ, ਚੇਂਜ ਜਿਹੜਾ ਹੈਗਾ ਇਹ ਮਤਲਬ ਇੱਥੇ ਫਿਰ 80 ਤੋਂ ਲੈ ਕੇ 82 ਤੱਕ ਇਦਾਂ ਹੀ ਰਹੇਗਾ। ਮਤਲਬ ਕੀ ਹੈ ਇਨਰਸ਼ੀਅਲ ਡਿਲੇ ਵਿੱਚ, ਕਿਉਂਕਿ ਦੇਖੋ ਗੇਟਸ ਦਾ ਡਿਲੇ ਹੈ, ਇਨਰਸ਼ੀਅਲ ਡਿਲੇ ਕੀ ਕਰਦਾ, ਗੇਟ ਦਾ ਡਿਲੇ ਹੈ, ਮਤਲਬ ਗੇਟ ਦੀ ਅਗਰ ਤੁਸੀਂ ਜੋ ਤੁਸੀਂ ਇਨਪੁਟ ਦਿੱਤੀ ਆਊਟਪੁੱਟ ਨੂੰ ਕਿੰਨੀ ਦੇਰ ਬਾਅਦ ਚੇਂਜ ਹੁੰਦਾ ਉਹ ਦਿਖਾਉਂਦਾ, ਠੀਕ ਹੈ। ਅਗਰ ਗੇਟ ਨੂੰ ਸਪੋਜ਼ ਕਰੋ ਚੇਂਜ ਹੋਣ ਦੇ ਲਈ ਆਪਣੀ ਆਊਟਪੁੱਟ ਚੇਂਜ ਕਰਨ ਲਈ 20 ਨੈਨੋ ਸੈਕਿੰਡ ਦਾ ਟਾਈਮ ਲੱਗ ਰਿਹਾ ਤਾਂ ਤੁਸੀਂ 20 ਨੈਨੋ, ਇਹ ਗੱਲ ਕਲੀਅਰ ਹੋਈ ਕਿ ਨਹੀਂ ਪਹਿਲਾਂ ਦੱਸੋ ਮੈਨੂੰ, ਕੋਈ ਇੰਪੋਰਟੈਂਟ ਗੱਲ ਹੈ। ਅਗਰ ਮੈਂ 20 ਨੈਨੋ ਸੈਕਿੰਡ ਤੋਂ ਪਹਿਲਾਂ ਹੀ ਜਿਹਦਾ ਆ ਸੀਗੀ ਇਨਪੁੱਟ, ਆ ਸਿਰਫ 10 ਨੈਨੋ ਸੈਕਿੰਡ ਦੇ ਲਈ ਇਨਪੁੱਟ ਆਈ, 10 ਨੈਨੋ ਸੈਕਿੰਡ ਤੋਂ ਪਹਿਲਾਂ ਹੀ ਇਨਪੁੱਟ ਕੀ ਹੋ ਗਈ, ਗਾਇਬ ਹੋ ਗਈ, ਠੀਕ ਹੈ। ਪਰ ਇਹਨੂੰ ਤਾਂ ਆਪਣੀ ਆਊਟਪੁੱਟ ਚੇਂਜ ਕਰਨ ਲਈ 20 ਨੈਨੋ ਸੈਕਿੰਡ ਦਾ ਟਾਈਮ ਲੱਗਣਾ ਸੀਗਾ, ਇਸ ਲਈ ਆਊਟਪੁੱਟ ਦੇ ਵਿੱਚ ਇਹ ਜਿਹੜਾ ਚੇਂਜ ਹੋਇਆ ਉਹ ਆਣਾ ਹੀ ਨਹੀਂ। ਇਹ ਕਲੀਅਰ ਹੋਈ ਗੱਲ ਕਿ ਨਹੀਂ? ਹਾਂਜੀ ਬਾਕੀਆਂ ਨੂੰ ਵੈਭਵ, ਠੀਕ ਹੈ। ਕਿਉਂ ਨਹੀਂ ਆਊਟਪੁੱਟ ਦੇ ਵਿੱਚ ਆ ਰਹੀ ਗੱਲ, ਉਹ ਇਸ ਲਈ ਨਹੀਂ ਆਊਟਪੁੱਟ ਦੇ ਵਿੱਚ ਸ਼ੋ ਕਰ ਰਿਹਾ ਉਹਨੂੰ, ਕਿਉਂਕਿ ਉਹਨੂੰ ਆਪਣੀ ਆਊਟਪੁੱਟ ਚੇਂਜ ਕਰਨ ਲਈ ਘੱਟ ਤੋਂ ਘੱਟ 20 ਨੈਨੋ ਸੈਕਿੰਡ ਦਾ ਟਾਈਮ ਚਾਹੀਦਾ ਹੈ। ਤੁਸੀਂ 20 ਨੈਨੋ ਸੈਕਿੰਡ ਤੋਂ ਪਹਿਲਾਂ ਹੀ ਇਨਪੁੱਟ ਹਟਾ ਦਿੱਤੀ, ਠੀਕ ਹੈ, ਆਊਟਪੁੱਟ ਦੇ ਵਿੱਚ ਫਿਰ ਕੋਈ ਚੇਂਜ ਨਹੀਂ ਆਣਾ। ਇਹ ਵਾਲੀ ਦੇਖੋ ਜਿਹੜੀ ਵੇਵਫਾਰਮ ਹੈ ਆ 20 ਨੈਨੋ ਸੈਕਿੰਡ ਦੇ ਲਈ ਚੇਂਜ ਹੋ ਰਹੀ ਹੈ, ਇਸ ਲਈ ਇਹਦੇ ਵਿੱਚ ਜਿਹੜਾ ਕੀ ਹੈ ਆਊਟਪੁੱਟ ਦੇ ਵਿੱਚ ਜਿਹੜਾ ਕੀ ਹੈ ਸਾਨੂੰ ਉਹ ਵਾਲਾ ਚੇਂਜ ਦਿਖਣ ਨੂੰ ਮਿਲ ਰਿਹਾ ਹੈ। ਇਦਾਂ ਹੀ ਫਿਰ ਅੱਗੇ ਆ ਗਏ, ਇਹ ਜਿਹੜੀ ਵੇਵਫਾਰਮ ਹੈ ਆ ਸਿਰਫ ਇਨਪੁੱਟ ਜਿਹੜੀ ਹੈਗੀ 2 ਨੈਨੋ ਸੈਕਿੰਡ ਦੇ ਲਈ ਸਾਡੀ ਆਈ, ਪਰ ਉਹਦਾ ਡਿਲੇ ਹੀ 20 ਨੈਨੋ ਸੈਕਿੰਡ ਹੈ, ਇਹਦਾ ਮਤਲਬ ਇਹ ਵਾਲਾ ਚੇਂਜ ਵੀ ਜਿਹੜਾ ਹੈਗਾ ਆਊਟਪੁੱਟ ਦੇ ਵਿੱਚ ਨਹੀਂ ਆਵੇਗਾ, ਠੀਕ ਹੈ। ਕਲੀਅਰ ਹੋਇਆ? ਇਨਰਸ਼ੀਅਲ ਡਿਲੇ ਕੀ ਹੈ, ਡਿਲੇ ਟੇਕਨ ਬਾय द ਗੇਟਸ ਟੂ ਚੇਂਜ देयर ਆਊਟਪੁੱਟ। ਮਤਲਬ ਜੋ ਕੋਈ ਵੀ ਲੌਜਿਕ ਗੇਟ ਹੈ, ਜਦੋਂ ਤੁਸੀਂ ਉਹਦੇ ਲੌਜਿਕ ਗੇਟ ਹੈ ਜਦੋਂ ਤੁਸੀਂ ਕੋਈ ਵੀ ਉਹਦੇ ਇਨਪੁੱਟ ਦੇ ਵਿੱਚ ਕੁਝ ਚੇਂਜ ਕਰਦੇ ਹੋ, ਠੀਕ ਹੈ, ਤੇ ਉਹਦੇ ਜਿਹੜੇ ਹੈਗੇ ਆ ਆਊਟਪੁੱਟ ਨੂੰ ਚੇਂਜ ਹੋਣ ਚ ਕਿੰਨਾ ਟਾਈਮ ਲੱਗਦਾ, ਉਹਨੂੰ ਆਪਾਂ ਕਹਿ ਦਿੰਦੇ ਆ ਇਨਰਸ਼ੀਅਲ ਡਿਲੇ। ਕਲੀਅਰ ਹੋਇਆ ਇੰਨੀ ਗੱਲ? ठीक है। नेक्स्ट देखो, नेक्स्ट है ट्रांसपोर्ट डिले। ट्रांसपोर्ट डिले की है, ट्रांसपोर्ट डिले इज आल्सो नोन एज प्रोपेगेशन डिले। ट्रांसपोर्ट डिले ਨੂੰ ਆਪਾਂ प्रोपेगेशन डिले भी कहते, हाँ ध्यान ਨਾਲ देखना। ट्रांसपोर्ट डिले इज आल्सो नोन एज प्रोपेगेशन डिले। ट्रांसपोर्ट डिले रिप्रेजेंट द टाइम टेकन बाय द सिग्नल टू ट्रैवल थ्रू द वायर्स। ट्रांसपोर्ट डिले की रिप्रेजेंट करता है सिग्नल ਨੂੰ ਕਿੰਨਾ ਟਾਈਮ ਲੱਗ ਰਿਹਾ ਹੈ ਵਾਇਰਸ ਦੇ ਵਿੱਚ ट्रैवल ਕਰਨ ਦੀ, ट्रैवल थ्रू द वायर्स, ठीक है। ट्रांसपोर्ट डिले इज नॉट अ डिफॉल्ट डिले इन VHDL। ट्रांसपोर्ट डिले डिफॉल्ट डिले नहीं है VHDL ਦਾ, ठीक है। ਜਦੋਂ ਵੀ ਇਹਦਾ ਮਤਲਬ ਸਾਨੂੰ ट्रांसपोर्ट डिले यूज करना ਸਾਨੂੰ स्पेशली मेंशन करना पवेगा VHDL ਨੂੰ ट्रांसपोर्ट स्टेटमेंट लिख के। ਹੁਣ ਪਹਿਲਾਂ ਗੱਲ ਸਮਝੋ ਕਿ ट्रांसपोर्ट डिले है ਕੀ। मैं दो सर्किट लॉजिक गेट्स ले ले, ठीक है, सपोज करो एंड गेट है, आ कनेक्टेड है वायर दे नाल नोट गेट दे नाल, ठीक है। एक वायर दे नाल की है कनेक्ट करन दे नोट गेट दे नाल कनेक्ट है। ट्रांसपोर्ट डिले की दसदा है, ट्रांसपोर्ट डिले दसदा है कि सिग्नल नु इस पॉइंट तो एदी आउटपुट तो वायर च कितना ट्रैवल लगेगा इत्थे तक पहुंचने दे लई, ठीक है। ट्रांसपोर्ट डिले की दसदा है कि सिग्नल नु वायर्स दे विच ट्रैवल करन दे लई कितना टाइम लगेगा, ਉਹਨੂੰ ਕਹਿ ਦਿੱਤਾ ਜਾਂਦਾ ਹੈ ट्रांसपोर्ट डिले, ठीक है। ਇਹਦਾ ਮਤਲਬ ਹੁਣ ਕਲੀਅਰ ਹੋਇਆ, ਵਾਇਰਸ ਜਿਹੜੀ ਰਿਪਰੈਜ਼ੈਂਟ ਕਰਦੀਆਂ, ਜਿਹੜੀ ਵਾਇਰਸ ਰਿਪਰੈਜ਼ੈਂਟ ਕਰਦੀਆਂ ਉਹ ਰਿਪਰੈਜ਼ੈਂਟ ਕਰਦੀਆਂ ट्रांसपोर्ट डिले, ठीक है, ट्रांसपोर्ट डिले रिप्रेजेंट करਦੀਆਂ। ਜਿਹੜਾ गेट्स है गेट्स की रिप्रेजेंट करते हैं इनर्शियल डिले, ठीक है। इनर्शियल डिले कित्थों रिप्रेजेंट ਹੁੰਦਾ है, गेट तो रिप्रेजेंट ਹੁੰਦਾ है, ठीक है। ਤੇ ਵਾਇਰਸ ਕੀ ਰਿਪਰੈਜ਼ੈਂਟ ਕਰਦੀਆਂ ट्रांसपोर्ट डिले ਜਿਹੜਾ ਹੈਗਾ ਆ ਰਿਪਰੈਜ਼ੈਂਟ ਕਰਦੀ। ਦੋਨੋਂ ਡਿਲੇਸ ਦੇ ਵਿੱਚ ਫਰਕ ਸਮਝ ਲੱਗਿਆ? ਕਲੀਅਰ ਹੋਇਆ? ਜਿਹੜੇ ਗੇਟ, ਠੀਕ ਹੈ, ਜਿਹੜਾ ਗੇਟ ਟਾਈਮ ਲਗਾਣਗੇ ਚੇਂਜ ਕਰਨ ਦੇ ਵਿੱਚ ਆਊਟਪੁੱਟ ਉਹ ਇਨਰਸ਼ੀਅਲ ਡਿਲੇ ਹੋ ਜਾਏਗਾ। ਜਿਹੜਾ ਕੀ ਕਹਿੰਦੇ ਆ ਵਾਇਰਸ ਵਿੱਚ ਟਾਈਮ ਲੱਗੇਗਾ ਉਹ ਕੀ ਹੋ ਜਾਏਗਾ ट्रांसपोर्ट डिले ਹੋ ਜਾਵੇਗਾ, ठीक है। ਹੁਣ देखो एक चीज ਹੋਰ एवरी लाइन ध्यान ਨਾਲ पढ़ो, कहना ट्रांसपोर्ट डिले इज नॉट द डिफॉल्ट डिले इन VHDL, ठीक है। कहना ट्रांसपोर्ट डिले डिफॉल्ट डिले नहीं है VHDL ਦਾ, ठीक है।
ਇਸ ਕਰਕੇ ਸਾਨੂੰ ਕੀ ਕਰਨਾ ਪਵੇਗਾ, ਜਦੋਂ ਵੀ ਟਰਾਂਸਪੋਰਟ ਡਿਲੇ ਪ੍ਰੋਗਰਾਮ ਦੇ ਵਿੱਚ ਯੂਜ਼ ਕਰਨਾ ਹੈ, ਸਾਨੂੰ ਸਪੈਸ਼ਲੀ ਮੈਂਸ਼ਨ ਕਰਨਾ ਪਵੇਗਾ ਇਹ ਟਰਾਂਸਪੋਰਟ ਡਿਲੇ ਹੈ। ਇਹਦਾ ਮਤਲਬ ਕੀ ਹੈ, ਦੇਖੋ ਜਿੱਦਾਂ ਇਹ ਵਾਲੀ ਐਗਜ਼ਾਮਪਲ ਹੈ, ਆ ਇਨਰਸ਼ੀਅਲ ਡਿਲੇ ਦੀ ਐਗਜ਼ਾਮਪਲ ਸੀਗੀ। ਠੀਕ ਹੈ, ਇਹ ਇਨਰਸ਼ੀਅਲ ਡਿਲੇ ਦੀ ਐਗਜ਼ਾਮਪਲ ਸੀ। ਇੱਥੇ ਮੈਂ ਕਿਤੇ ਵੀ ਵਰਡ ਯੂਜ਼ ਨਹੀਂ ਕੀਤਾ ਇਨਰਸ਼ੀਅਲ, ਮੈਂ ਸਿਰਫ ਇਹ ਲਿਖਿਆ ਕਿ b ਦੀ ਵੈਲਿਊ a ਦੇ ਬਰਾਬਰ ਹੋ ਜਾਏ ਆਫਟਰ 20 ਨੈਨੋ ਸੈਕਿੰਡ। ਮੇਰੇ ਪ੍ਰੋਗਰਾਮ ਨੇ ਬਾਈ ਡਿਫਾਲਟ ਹੀ ਸਮਝ ਲੈਣਾ ਕਿ ਇਹ ਵਾਲਾ ਡਿਲੇ ਕਿਹੜਾ ਇਨਰਸ਼ੀਅਲ ਡਿਲੇ ਹੈ। ਪਰ ਜੇ ਮੈਂ ਟਰਾਂਸਪੋਰਟ ਡਿਲੇ ਯੂਜ਼ ਕਰਨਾ ਤਾਂ ਮੈਨੂੰ ਮੈਂਸ਼ਨ ਕਰਨਾ ਪਵੇਗਾ ਵਰਡ ਟਰਾਂਸਪੋਰਟ। ਆ ਦੇਖੋ ਜਿੱਦਾਂ ਇੱਥੇ ਯੂਜ਼ ਕੀਤਾ, ਕਹਿੰਦਾ y ਦੀ ਵੈਲਿਊ a ਦੇ ਬਰਾਬਰ ਹੋ ਜਾਏ, ਪਰ ਮੈਨੂੰ ਕਿਉਂਕਿ ਇਹ ਟਰਾਂਸਪੋਰਟ ਡਿਲੇ ਯੂਜ਼ ਕਰਨਾ ਇਸ ਲਈ ਮੈਨੂੰ ਟਰਾਂਸਪੋਰਟ ਦੱਸਣਾ ਪਵੇਗਾ। ਮੈਂ ਲਿਖਿਆ y ट्रांसपोर्ट a आफ्टर 10 नैनो सेकंड। ठीक है कि y ਦੀ ਵੈਲਿਊ a ਦੇ ਬਰਾਬਰ ਹੋ ਜਾਏ 10 ਨੈਨੋ ਸੈਕਿੰਡ ਤੇ ਡਿਲੇ ਕਿਹੜਾ ਟਰਾਂਸਪੋਰਟ ਡਿਲੇ ਜਿਹੜਾ ਹੈਗਾ। ਕਲੀਅਰ ਹੋਇਆ ਵਾਲੀ ਗੱਲ ਵੀ, ਸਿੰਟੈਕਸ ਜਿਹੜਾ ਆਪਾਂ ਯੂਜ਼ ਕਰ ਰਹੇ ਹਾਂ ਇਹਦੇ ਵਿੱਚ। ਠੀਕ ਹੈ, ਇੱਕ ਵਿੱਚ ਸਾਨੂੰ ਯੂਜ਼ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ ਤੇ ਦੂਸਰੇ ਦੇ ਵਿੱਚ ਸਾਨੂੰ ਕੀ ਹੈ ਜ਼ਰੂਰਤ ਪੈ ਰਹੀ ਹੈ, ਟਰਾਂਸਪੋਰਟ ਵਰਡ ਲਿਖਣ ਦੀ ਜ਼ਰੂਰਤ ਹੈਗੀ ਹੈ। ਹੁਣ ਦੇਖੋ ਇਹਦੇ ਵਿੱਚ ਕੀ ਫਰਕ ਹੈ। ਜੇ ਆਪਾਂ ਇਹਦਾ ਸਿਗਨਲ ਡਰਾ ਕਰਨ ਜਾਈਏ, ਮੈਂ ਲਿਖਿਆ y ट्रांसपोर्ट डिले यूज करना। ठीक है, मैं लिखा y ट्रांसपोर्ट डिले यूज करना, y की वैल्यू किहदे बराबर हो जाए a दे बराबर हो जाए किन्ने टाइम दे बाद आफ्टर 20 नैनो सैकेंड। मैं लिखा कि 20 नैनो सैकेंड के बाद ਇਹਦੀ ਜਿਹੜੀ ਵੈਲਿਊ ਹੈ y ਦੀ ਜਿਹੜੀ ਵੈਲਿਊ ਹੈ ਉਹ a ਦੇ ਬਰਾਬਰ ਹੋ ਜਾਏ। ਹੁਣ ਮੈਂ ਫਿਰ ਇੱਥੇ ਇਨਪੁਟ ਡਰਾ ਕਰਾਂਗਾ, ਕੁਝ 0 ਤੋਂ ਸਟਾਰਟ ਹੋ ਰਹੀ ਹੈ ਇਨਪੁਟ, ਆ ਚੇਂਜ ਹੋਇਆ 5 ਤੇ। ਠੀਕ ਹੈ, ਕਿੰਨੇ ਦੇਰ ਲਈ ਚੇਂਜ ਰਿਹਾ, ਫਿਰ 15 ਨੈਨੋ ਸੈਕਿੰਡ ਲਈ ਚੇਂਜ ਆਇਆ। ਠੀਕ ਹੈ, ਫਿਰ ਅੱਗੇ ਜਾ ਕੇ ਮੈਂ ਡਰਾ ਕੀਤਾ 40 ਤੇ ਜਾ ਕੇ ਚੇਂਜ ਆਇਆ, 20 ਨੈਨੋ ਸੈਕਿੰਡ ਦੇ ਲਈ ਇਨਪੁਟ ਚੇਂਜ ਹੋਈ। ਠੀਕ ਹੈ, 60 ਤੱਕ ਐ ਸਟੇਬਲ ਰਿਹਾ, फिर कुछ चेंज आया 65 ਤੇ ਜਾ ਕੇ ਸਪੋਜ਼ ਕਰੋ 2 ਨੈਨੋ ਸੈਕਿੰਡ ਦੇ ਲਈ ਮੇਰੀ ਇਨਪੁਟ ਫਿਰ ਕੀ ਹੋਗੀ ਚੇਂਜ ਹੋਗੀ, 65 ਤੋਂ ਕੀ ਹੋਗੀ ਸਟਾਰਟ ਦੇ ਵਿੱਚ ਫਿਰ ਚੇਂਜ ਆਇਆ। ਠੀਕ ਹੈ, ਹੁਣ ਸਪੋਜ਼ ਕਰੋ ਮੈਂ ਇਹਦਾ ਜਦੋਂ ਮੈਂ ਉਹ ਡਰਾ ਕਰਨਾ ਸ਼ੁਰੂ ਕਰਾਂਗਾ, ਇਹਦੀ ਮੈਨੂੰ ਆਊਟਪੁੱਟ ਬਣਾ ਲਈ ਕੋਈ ਕਵੇ ਆ ਮੈਨੂੰ A ਵੇਵ ਫਾਰਮ ਦੇਤੀ, ਕੋਈ ਮੈਨੂੰ ਕਵੇ Y ਆਊਟਪੁੱਟ ਡਰਾ ਕਰੋ ਅਕੋਰਡਿੰਗ ਟੂ ਟਰਾਂਸਪੋਰਟ ਡਿਲੇ। ਇਹ ਸਭ ਤੋਂ ਈਜ਼ੀ ਹੈ, ਇਹਦੇ ਵਿੱਚ ਤੁਸੀਂ ਕੁਝ ਧਿਆਨ ਨਹੀਂ ਦੇਣਾ ਕਿ ਇਨਪੁਟ ਉਹਨੇ ਦੇ ਲਈ ਸਟੇਬਲ ਰਹਿ ਰਹੀ ਹੈ ਕਿ ਨਹੀਂ ਰਹਿ ਰਹੀ। ਉਹ ਸਿਰਫ ਆਪਾਂ ਲੌਜਿਕ ਗੇਟਸ ਦੇ ਵਿੱਚ ਧਿਆਨ ਦਿੰਦੇ ਆ ਕਿ ਗੇਟ ਦੇ ਇਨਪੁਟ ਦੇ ਵਿੱਚ ਉਨੀ ਦੇਰ ਕੋਈ ਚੀਜ਼ ਸਟੇਬਲ ਰਹਿ ਵੀ ਰਹੀ ਹੈ ਕਿ ਨਹੀਂ ਰਹਿ ਰਹੀ। ਠੀਕ ਹੈ, ਉਸ ਤੋਂ ਪਹਿਲੇ ਤਾਂ ਨਹੀਂ ਇਨਪੁਟ ਚੇਂਜ ਕਰ ਰਹੀ, ਗੇਟ ਦੇ ਆਊਟਪੁੱਟ ਚੇਂਜ ਹੋਣ ਤੋਂ ਪਹਿਲੇ ਤਾਂ ਨਹੀਂ ਇਨਪੁਟ ਚੇਂਜ ਕਰ ਰਹੀ। ਉਹ ਸਿਰਫ ਆਪਾਂ ਚੀਜ਼ ਜਿਹੜੀ ਹੈਗੀ ਹੈ ਇਨਰਸ਼ੀਅਲ ਦੇ ਕੇਸ ਵਿੱਚ ਦੇਖਣੀ ਹੈ। ਟਰਾਂਸਪੋਰਟ ਦੇ ਕੇਸ ਵਿੱਚ ਅਗਰ ਦੇਖਣਾ ਸਿੰਪਲ ਬਣ ਜਾਣੀ ਸਿੰਪਲ। ਅਗਰ ਇਹ ਕੇਸ ਇੱਥੇ 5 ਤੇ ਚੇਂਜ ਹੋਣਾ ਸ਼ੁਰੂ ਹੋਇਆ ਸੀ, ਇਹ 'ਚ ਸਿੰਪਲ ਤੁਸੀਂ ਕੀ ਕਰਦੇ ਰਹੋ 20 ਪਲੱਸ ਕਰਨਾ ਸ਼ੁਰੂ ਕਰਦੇ ਰਹੋ, ਇਹ 'ਚ ਜੋ ਵੀ ਚੇਂਜ ਹੋਊਗਾ ਸਾਰਾ ਕੁਝ ਆਊਗਾ। 5 ਪਲੱਸ 20 ਕਿੰਨਾ ਹੋ ਗਿਆ 25 ਦੇ ਵਿੱਚ ਚੇਂਜ ਹੋਣਾ ਸ਼ੁਰੂ ਹੋਊਗਾ। ਅਗਰ ਇਹ 0 ਤੋਂ ਸਟਾਰਟ ਹੁੰਦਾ ਸੀ ਸਿਗਨਲ, ਇਹ 20 ਤੋਂ ਸਟਾਰਟ ਹੋਊਗਾ। ਠੀਕ ਹੈ, 15 ਪਲੱਸ 20 ਕਿੰਨਾ ਹੋ ਗਿਆ 25 ਤੋਂ ਲੈ ਕੇ 35 ਤੱਕ ਚੇਂਜ ਆਇਆ। ਅੱਗੇ ਗਿਆ 40 ਪਲੱਸ 20 ਆ 60 ਤੇ ਚੇਂਜ ਆਊਗਾ। ठीक है, फिर चेंज रहा 60 प्लस 20 80 तक गया, फिर 65 प्लस 20 आ तुसी 85 ते लै गए, फिर 67 ते 20 आ किन्ना लै गए 87 ते लै गए। ठीक है, जो भी तुसी है सिंपल की करना क्योंकि प्रोपेक ट्रांसपोर्ट डिले की करता वायर्स ਦੇ ਵਿੱਚ ट्रैवल ਹੋਣ ਲਈ ਸਿਗਨਲ ਨੂੰ ਕਿੰਨਾ ਟਾਈਮ ਲੱਗਦਾ ਉਹਨੂੰ ਰਿਪਰੈਜ਼ੈਂਟ ਕਰਦਾ ਹੈ। ਇਸ ਲਈ ਤੁਸੀਂ ਸਿੰਪਲ ਕੀ ਕਰੋ, ਜਿੱਥੇ ਉਹ ਜਿੰਨਾ ਡਿਲੇ ਦਿੱਤਾ ਹੈ ਉਹਨਾਂ ਕੀ ਹੋ ਜਾਊਗਾ ਐਡ ਹੁੰਦਾ ਰਵੇਗਾ। ਕਲੀਅਰ ਹੋਈ ਨਹੀਂ ਗੱਲ? ਹਾਂਜੀ, ਬਾਕੀਆਂ ਨੂੰ ਕੋਈ ਡਾਊਟ ਇਹਦੇ ਵਿੱਚ ਅਜੇ ਟਰਾਂਸਪੋਰਟ ਡਿਲੇ ਦੇ ਵਿੱਚ? ਜੇ ਕਲੀਅਰ ਹੈ ਤਾਂ ਤੁਹਾਨੂੰ ਮੈਂ ਇੱਕ ਆਪਣੀ ਕਾਪੀ ਪੈਨ ਲਿਆਓ, ਮੈਂ ਤੁਹਾਨੂੰ ਇੱਕ ਸਿਗਨਲ ਡਰਾ ਕਰ ਰਿਹਾ, ਤੁਸੀਂ ਇਹਦੇ ਦੋਨੋਂ ਡਿਲੇ ਬਣਾ ਕੇ ਦੇਖੋ ਤੁਸੀਂ ਸਹੀ ਬਣਾਉਂਦੇ ਹੋ ਕਿ ਨਹੀਂ, ਫਿਰ ਆਪਾਂ ਚੈੱਕ ਕਰਦੇ ਹਾਂ। ਇਨਰਸ਼ੀਅਲ ਵੀ ਬਣਾਓ ਤੇ ਇਹਦਾ ਟਰਾਂਸਪੋਰਟ ਵੀ ਬਣਾਓ। ਠੀਕ ਹੈ, ਸਪੋਜ਼ ਕਰੋ ਇਹ ਤੁਹਾਡਾ ਇਨਪੁਟ ਤੇ ਸਿਗਨਲ ਹੈ x 10 ਨੈਨੋ ਸੈਕਿੰਡ ਤੇ ਚੇਂਜ ਹੋਇਆ। ਠੀਕ ਹੈ, 5 ਨੈਨੋ ਸੈਕਿੰਡ ਲਈ ਇਹਦੇ ਵਿੱਚ ਚੇਂਜ ਆਇਆ 15। ਠੀਕ ਹੈ, ਫਿਰ ਚੇਂਜ ਹੋਇਆ 30 ਤੇ ਜਾ ਕੇ 55 ਤੱਕ ਇਨਪੁਟ ਚ ਚੇਂਜ ਆਇਆ ਕੁਝ। ਠੀਕ ਹੈ,
फिर अगे चेंज हो रहा 70 तो लैके सपोज करो 75 तक। ठीक है, ਹੁਣ ਤੁਸੀਂ ਇਹਦੀ ਕਾਪੀ ਵਿੱਚ ਬਣਾਓ, ਆਪਣੇ ਆਪਣੀ ਕਾਪੀ ਦੇ ਵਿੱਚ ਹੁਣ 2-3 ਮਿੰਟ ਦਾ ਟਾਈਮ ਦਿੰਦਾ। ਇੱਕ ਤਾਂ ਤੁਸੀਂ ਬਣਾਣਾ a ਇਨਪੁਟ ਬਣਾਣੀ ਹੈ। ठीक है, a ਕਿਹਦੇ ਬਰਾਬਰ ਹੋ ਜਾਏ, x ਦੇ ਬਰਾਬਰ ਹੋ ਜਾਏ आफ्टर 20 नैनो सेकंड। ठीक है, तो दूसरी ਤੁਸੀਂ ਕੀ ਬਣਾਣੀ ਹੈ, फिर कोई एक इनपुट सपोज करो b ले लो, आउटपुट एक b ले लो कि b ਦੇ ਬਰਾਬਰ ਹੋ ਜਾਏ, b ਕੀ ਹੈ, x ਤੇ ट्रांसपोर्ट डिले है, ट्रांसपोर्ट मैं लिखांगा ट्रांसपोर्ट x आफ्टर 10 नैनो सेकंड। दोनों आउटपुट अपने कॉपी ਵਿੱਚ ਬਣਾਓ, ਫਿਰ ਮੈਂ 2-3 ਮਿੰਟ ਬਾਅਦ ਤੁਹਾਨੂੰ ਦੱਸਦਾ, ਚੈੱਕ ਕਰਿਓ ਕਿ ਸਹੀ ਵੀ ਬਣਾਈ ਕਿ ਨਹੀਂ। ਠੀਕ ਹੈ, ਇਹ ਜਿਹੜੀ ਹੈਗੀ ਹੈ ਉਹ ਇਨਰਸ਼ੀਅਲ ਡਿਲੇ ਹੋ ਗਿਆ, ਕਿਉਂਕਿ ਇਹ ਚ ਕੋਈ ਵੀ ਮੈਂਸ਼ਨ ਨਹੀਂ ਹੈ, ਇਸ ਲਈ ਬਾਈ ਡਿਫਾਲਟ ਇਹ ਵਾਲਾ ਡਿਲੇ ਚੱਲ ਰਿਹਾ। ਠੀਕ ਹੈ, ਜਿਹੜਾ ਬੀ ਕੀ ਹੈ ਉਹਦੇ ਵਿੱਚ ਆਪਾਂ ਸਪੈਸ਼ਲੀ ਮੈਂਸ਼ਨ ਕਰ ਦਿੱਤਾ ਵਰਡ ਬੀ, ਇਹਦਾ ਮਤਲਬ ਉੱਥੇ ਕੀ ਆਊਗਾ, ਟਰਾਂਸਪੋਰਟ ਡਿਲੇ ਆਊਗਾ। ਆ ਇਨਪੁਟ ਸੀ, ਆ ਤੁਸੀਂ ਏ ਤੇ ਬੀ ਡਰਾ ਕਰਨੀ ਹੈ ਆਪਣੇ ਕਾਪੀ ਦੇ ਵਿੱਚ, 2-3 ਮਿੰਟ ਲੈ ਲਓ, ਡਰਾ ਕਰੋ, ਫਿਰ ਦੇਖਿਓ ਤੁਸੀਂ ਸਹੀ ਬਣਦਾ ਕਿ ਨਹੀਂ ਤੁਹਾਡੇ ਕੋਲ ਬਣਦੀ। क्वेश्चन तो नहीं किसी ने डाउट? बना के देखो फिर। जो बन जूगा तो मैनू दस दियो। बना लिया? बना लो, दूसरा भी बना लो। केड़ा समझ लग गया तेनू? अच्छा, नहीं मैं ड्रॉ कर दा, फिर तुसीं देख लियो। चलो मैं बनाना, देखो दोनों की आउटपुट बनाना, तुसीं चेक करियो तुसीं सही बनाई कि नहीं बनाई। ठीक है, सब तो पहले तो जी ए जड़ा हैगा इनर्शियल डिले के अकॉर्डिंग बनना है।
ठीक है, क्योंकि ਇਹਦੇ ਵਿੱਚ ਆਪਾਂ ਕੁਝ ਵੀ ਮੈਂਸ਼ਨ ਨਹੀਂ ਕੀਤਾ, ਡਿਫਾਲਟ ਡਿਲੇ ਹੈ। ਠੀਕ ਹੈ, B ਜਿਹੜਾ ਹੈਗਾ ਉਹ ਟਰਾਂਸਪੋਰਟ ਦੇ ਅਕੋਰਡਿੰਗ ਬਣਦਾ, ਕਿਉਂਕਿ ਇਹਦੇ ਵਿੱਚ ਆਪਾਂ ਲਿਖ ਦਿੱਤਾ ਹੈ ਟਰਾਂਸਪੋਰਟ ਡਿਲੇ। ਠੀਕ ਹੈ, ਹੁਣ ਜਿਹੜਾ ਇਨਰਸ਼ੀਅਲ ਡਿਲੇ ਦੇ ਵੀ ਤੁਸੀਂ ਇੱਕ ਚੀਜ਼ ਦੇਖਣੀ ਹੈ, ਅਗਰ ਠੀਕ ਹੈ, ਇਨਰਸ਼ੀਅਲ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖਣੀ ਹੈ ਕਿ ਜਿਹੜੀ ਇਨਪੁਟ ਹੈ ਉਨੀ ਦੇਰ ਲਈ ਸਟੇਬਲ ਵੀ ਰਹਿਣੀ ਚਾਹੀਦੀ ਹੈ, ਤਾਂ ਹੀ ਆਊਟਪੁੱਟ ਤੇ ਮਿਲੇਗੀ। ਕਿਉਂਕਿ ਜਿਹੜਾ ਇਨਰਸ਼ੀਅਲ ਡਿਲੇ ਹੈ ਉਹ ਲੌਜਿਕ ਗੇਟਸ ਦਾ ਡਿਲੇ ਰਿਪਰੈਜ਼ੈਂਟ ਕਰਦਾ ਹੈ। ਠੀਕ ਹੈ, ਹੁਣ ਮੈਂ ਲਿਖ ਦਿੱਤਾ ਕਿ a ਦੀ ਵੈਲਿਊ x ਦੇ ਬਰਾਬਰ ਹੋ ਜਾਏ 20 ਨੈਨੋ ਸੈਕਿੰਡ ਦੇ ਬਾਅਦ। ਇਹਦਾ ਮਤਲਬ 20 ਨੈਨੋ ਸੈਕਿੰਡ ਦੇ ਲਈ ਮੇਰੀ ਜਿਹੜੀ ਇਨਪੁਟ ਹੈ ਉਹ ਸਟੇਬਲ ਵੀ ਰਹੂਗੀ, ਤਾਂ ਹੀ ਆਊਟਪੁੱਟ ਤੇ ਉਹ ਚੀਜ਼ ਆਏਗੀ। ਅਗਰ ਮੈਂ 20 ਨੈਨੋ ਸੈਕਿੰਡ ਤੋਂ ਪਹਿਲਾਂ ਹੀ ਉਹ ਇਨਪੁਟ ਫੇਰ ਚੇਂਜ ਕਰ ਦਿੰਦਾ ਤਾਂ ਮੈਨੂੰ ਆਊਟਪੁੱਟ ਤੇ ਉਹ ਵਾਲੀ ਚੀਜ਼ ਨਹੀਂ ਮਿਲੇਗੀ। ਠੀਕ ਹੈ, ਹੁਣ ਮੈਂ ਇਹ ਤੋਂ ਬਾਅਦ ਸਭ ਤੋਂ ਪਹਿਲਾਂ ਚੈੱਕ ਕਰਨਾ ਸ਼ੁਰੂ ਕੀਤਾ ਕਿ ਇਨਪੁਟ ਚੇਂਜ ਕਿੰਨੀ ਦੇਰ ਲਈ ਹੋ ਰਹੀ ਹੈ। ਠੀਕ ਹੈ, ਇੱਥੇ ਮੈਂ ਦੇਖਿਆ 10 ਤੋਂ 15 ਇਨਪੁਟ ਚੇਂਜ ਹੋ ਰਹੀ ਹੈ 5 ਨੈਨੋ ਸੈਕਿੰਡ ਦੇ ਲਈ। ਠੀਕ ਹੈ, ਇਨਰਸ਼ੀਅਲ ਡਿਲੇ ਦੇ ਲਈ ਇਹ ਚੀਜ਼ ਚੈੱਕ ਕਰਨੀ ਜ਼ਰੂਰੀ ਹੈ। 30 ਤੋਂ 55 ਇਨਪੁਟ ਚੇਂਜ ਹੋ ਰਹੀ ਹੈ 25 ਨੈਨੋ ਸੈਕਿੰਡ ਦੇ ਲਈ, ਮਤਲਬ 25 ਨੈਨੋ ਸੈਕਿੰਡ ਦੇ ਲਈ ਇਨਪੁਟ ਰਹਿ ਰਹੀ ਹੈ ਗੇਟ ਦੀ ਤੇ। ਠੀਕ ਹੈ, 70 ਤੋਂ 75 ਮਤਲਬ ਇਨਪੁਟ ਕਿੰਨੀ ਦੇਰ ਲਈ ਮਿਲ ਰਹੀ ਹੈ, 5 ਨੈਨੋ ਸੈਕਿੰਡ ਦੇ ਲਈ ਇਨਪੁਟ ਮਿਲ ਰਹੀ ਹੈ। ਠੀਕ ਹੈ, ਹੁਣ ਆਪਾਂ ਬਣਾਉਣਾ ਹੈ ਕਿ ਕਹਿੰਦਾ a ਦੀ ਵੈਲਿਊ x ਦੇ ਬਰਾਬਰ ਹੋ ਜਾਏ ਆਫਟਰ 20 ਨੈਨੋ ਸੈਕਿੰਡ। ਹੁਣ ਤੁਸੀਂ ਦੇਖ, ਇਹਦਾ ਮਤਲਬ 20 ਨੈਨੋ ਸੈਕਿੰਡ ਦੇ ਲਈ ਕੀ ਹੈ, ਇਨਪੁਟ ਸਟੇਬਲ ਵੀ ਰਹਿਣੀ ਚਾਹੀਦੀ ਹੈ। ਇਹ ਜਿਹੜੀ ਚੀਜ਼ ਹੈ 20 ਨੈਨੋ ਸੈਕਿੰਡ ਦੇ ਲਈ ਸਟੇਬਲ ਰਹਿ ਰਹੀ ਹੈ, ਨਹੀਂ ਰਹਿ ਰਹੀ, ਕਿਉਂਕਿ ਇਹ ਸਿਰਫ 5 ਨੈਨੋ ਸੈਕਿੰਡ ਦੇ ਲਈ ਰਹਿ ਰਹੀ ਹੈ। ਇਹਦਾ ਮਤਲਬ ਇਨਰਸ਼ੀਅਲ ਡਿਲੇ ਦੇ ਵਿੱਚ ਇਹ ਵਾਲਾ ਚੇਂਜ ਵੀ ਨਹੀਂ ਦਿਖੇਗਾ ਸਾਨੂੰ। ਇਹ ਸਟੇਬਲ ਰਹਿ ਰਹੀ ਹੈ, ਇਹ ਵਾਲਾ ਸਾਨੂੰ ਚੀਜ਼ ਦਿਖੇਗੀ ਆਊਟਪੁੱਟ ਦੇ ਵਿੱਚ। ਇਹ ਵੀ ਨਹੀਂ ਰਹਿ ਰਹੀ 20 ਨੈਨੋ ਸੈਕਿੰਡ ਦੇ ਲਈ ਵੀ ਇਹ ਵਾਲੀ ਚੀਜ਼ ਵੀ ਨਹੀਂ ਦਿਖੇਗੀ। ਠੀਕ ਹੈ, ਹੁਣ ਮੈਂ ਇਹਦੀ ਆਊਟਪੁੱਟ ਡਰਾ ਕਰਨਾ ਚਾਹੂੰਗਾ, ਕਿੱਦਾਂ ਬਣਾਉਂਗਾ ਦੇਖੋ। 20 10 ਤੇ ਚੇਂਜ ਹੋਣੀ ਸੀ, 10 ਪਲੱਸ 20 30 ਤੇ ਚੇਂਜ ਹੋਣਾ ਸੀ, ਪਰ ਚੇਂਜ ਕੀ ਹੈ, ਚੇਂਜ ਹੋਈ ਸਿਰਫ 5 ਨੈਨੋ ਸੈਕਿੰਡ ਦੇ ਲਈ ਹੈ, ਰਹਿ ਰਿਹਾ ਮਤਲਬ 5 ਨੈਨੋ ਸੈਕਿੰਡ ਤੋਂ ਪਹਿਲੇ ਆਊਟਪੁੱਟ ਚੇਂਜ ਹੋ ਰਹੀ ਹੈ, ਇਹਦਾ ਮਤਲਬ ਵਾਲੀ ਚੀਜ਼ ਆਊਟਪੁੱਟ ਦੇ ਵਿੱਚ ਨਹੀਂ ਦਿਖੇਗੀ। 30 ਪਲੱਸ 20 50 ਤੇ ਪਹੁੰਚ ਗਏ ਆਪਾਂ। ਇਹ ਜ਼ਰੂਰ ਠੀਕ ਹੈ ਸਟੇਬਲ ਰਹਿ ਰਹੀ ਹੈ, 20 ਲਈ ਸਟੇਬਲ ਰਹਿ ਰਹੀ ਹੈ, ਇਸ ਲਈ 55 ਪਲੱਸ 20 ਆ ਦਿਖੇਗਾ, ਚੇਂਜ ਦਿਖੇਗਾ ਸਾਨੂੰ। 55 ਪਲੱਸ 20 ਕਿੰਨਾ ਹੋ ਗਿਆ, ਇਹ 75 ਤੱਕ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਕੀ ਹੈ, 70 ਤੇ ਫੇਰ ਚੇਂਜ ਹੋਇਆ ਸੀਗਾ, 70 ਮਤਲਬ 70 ਪਲੱਸ 20 ਕਿੰਨਾ ਹੋ ਗਿਆ, 90 ਪਲੱਸ ਇਹ ਵਾਲਾ ਚੇਂਜ ਵੀ ਸਿਰਫ 5 ਨੈਨੋ ਸੈਕਿੰਡ ਦੇ ਲਈ ਇਨਪੁਟ ਮਿਲ ਰਹੀ ਹੈ, ਜਦਕਿ ਘੱਟ ਤੋਂ ਘੱਟ ਇਹਨੂੰ ਆਪਣੀ ਆਊਟਪੁੱਟ ਚੇਂਜ ਕਰਨ ਲਈ 20 ਨੈਨੋ ਸੈਕਿੰਡ ਦਾ ਟਾਈਮ ਲੱਗਦਾ ਹੈ। ਇਸ ਕਰਕੇ ਇਹ ਵਾਲਾ ਚੇਂਜ ਵੀ ਆਊਟਪੁੱਟ ਦੇ ਵਿੱਚ ਨਹੀਂ ਦਿਖੇਗਾ। 90 ਤੋਂ 95 ਵੀ ਇਦਾਂ ਹੀ ਰਵੇਗੀ। ਠੀਕ ਹੈ, ਇਹ ਸਾਡਾ ਸੀਗਾ ਇਨਰਸ਼ੀਅਲ ਡਿਲੇ। ਬਣਿਆ ਐਡ ਕਿਸੇ ਨੇ ਸਹੀ ਬਣਾਇਆ? हाँ जी, ठीक है राज, नहीं बना। क्वेश्चन चलो क्वेश्चन ਹੁੰਦਾ ਇੰਨਾ ਪਤਾ ਸਮਝ ਤਾਂ ਲੱਗ ਗਿਆ ਨਾ, ਬੇਸਿਕ ਕੀ ਹੈ ਕਿ ਤੁਸੀਂ ਦੇਖਣਾ ਕਿੰਨੀ ਦੇਰ ਲਈ ਸਟੇਬਲ ਰਹਿ ਰਹੀ ਚੀਜ਼। ਠੀਕ ਹੈ, ਇਨਪੁਟ ਉਨੀ ਦੇਰ ਲਈ ਮਿਲਣੀ ਵੀ ਚਾਹੀਦੀ ਹੈ। ਠੀਕ ਹੈ, ਕਿਉਂਕਿ ਦੇਖੋ ਇਹਦਾ ਬੇਸਿਕ ਫੰਡਾਮੈਂਟਲ ਕੀ ਹੈ। ਹਾਂਜੀ ਅਮਰਿਤ, ਤੈਨੂੰ ਸਮਝ ਲੱਗਿਆ? ਇਨਰਸ਼ੀਅਲ ਡਿਲੇ ਕੀ ਕਰਦਾ, ਗੇਟ ਦੇ ਵਿੱਚ ਡਿਲੇ ਨੂੰ ਦੱਸਦਾ ਕਿ ਗੇਟ ਦੇ ਜੋ ਤੁਸੀਂ ਇਨਪੁਟ ਦਿੱਤਾ ਉਹਦੀ ਆਊਟਪੁੱਟ ਚੇਂਜ ਹੋਣ ਨੂੰ ਕਿੰਨਾ ਟਾਈਮ ਲੱਗਦਾ। ਜੇ ਮੈਂ ਕਹਿ ਦਿੱਤਾ ਕਿ ਇੱਕ ਕੋਈ ਮੇਰਾ ਗੇਟ ਹੈ, ਇਹਨੂੰ ਆਪਣੀ ਆਊਟਪੁੱਟ ਚੇਂਜ ਕਰਨ ਲਈ 20 ਨੈਨੋ ਸੈਕਿੰਡ ਦਾ ਟਾਈਮ ਲੱਗਦਾ ਜਦੋਂ ਤੁਸੀਂ ਉਹਦੀ ਇਨਪੁਟ ਚੇਂਜ ਕਰ ਦਿਓ। ਠੀਕ ਹੈ, ਤੁਸੀਂ ਪਰ ਜੇ ਇਨਪੁਟ ਉਹਨੂੰ ਸਿਗਨਲ ਦਿੱਤਾ 5 ਨੈਨੋ ਸੈਕਿੰਡ ਦੇ ਲਈ, ਸਿਰਫ ਇਨਪੁਟ ਸਿਗਨਲ ਦਿੱਤਾ ਉਹਨੂੰ, ਪਰ ਚੇਂਜ ਹੋਣ ਲਈ 20 ਨੈਨੋ ਸੈਕਿੰਡ ਚਾਹੀਦੇ। ਇਹਦਾ ਮਤਲਬ ਇਹ ਵਾਲਾ ਚੇਂਜ ਆਊਟਪੁੱਟ ਦੇ ਵਿੱਚ ਆਵੇਗਾ ਹੀ ਨਹੀਂ, ਕਿਉਂਕਿ ਉਹ ਉਸ ਤੋਂ ਪਹਿਲਾਂ ਹੀ ਕੀ ਹੋ ਗਿਆ, ਤੁਸੀਂ ਫੇਰ ਇਨਪੁੱਟ ਕੀ ਕਰ ਦਿੱਤੀ, ਚੇਂਜ ਕਰ ਦਿੱਤੀ। ਜਿਹੜੀ ਚੀਜ਼ ਉਨੀ ਦੇਰ ਲਈ ਸਟੇਬਲ ਰਹੇਗੀ ਉਹ ਚੀਜ਼ ਆ ਜਾਏਗੀ, ਜਿਹੜੀ ਚੀਜ਼ ਉਨੀ ਦੇਰ ਲਈ ਸਟੇਬਲ ਨਹੀਂ ਰਹੇਗੀ ਉਹ ਚੀਜ਼ ਨਹੀਂ ਆਏਗੀ। ਟਰਾਂਸਪੋਰਟ ਡਿਲੇ ਸਿੰਪਲ ਹੈ, ਉਹਦੇ ਵਿੱਚ ਤੁਸੀਂ ਕੀ ਕਰਨਾ, ਸਿੰਪਲ ਜਿੰਨਾ ਮੈਂ ਕਿਹਾ ਕਿ ਟਰਾਂਸਪੋਰਟ x ਆਫਟਰ 10 ਨੈਨੋ ਸੈਕਿੰਡ, 10 ਨੈਨੋ ਸੈਕਿੰਡ ਲਿਖਿਆ ਸੀ। ਠੀਕ ਹੈ, ਮੈਂ ਇਹਨੂੰ ਹੀ ਚੇਂਜ ਕਰ ਦਿੰਦਾ, ਇਹਨੂੰ ਤੁਸੀਂ ਸਿੰਪਲ ਕੀ ਕਰੋ, ਜਿੱਥੇ ਜਿੱਥੇ ਸਿਗਨਲ ਚੇਂਜ ਹੋ ਰਿਹਾ ਸੀ ਉੱਥੇ 10 ਐਡ ਕਰ ਦਿਓ। 10 ਦੀ ਜਗ੍ਹਾ ਇਹਦੇ ਵਿੱਚ ਕੀ ਬਣ ਜਾਊਗਾ 20, ਫਿਰ ਕੀ ਬਣ ਜਾਊਗਾ 25, ਇਹ ਬਣ ਜਾਊਗਾ ਤੁਹਾਡਾ 40। ਠੀਕ ਹੈ, ਇਹ ਬਣ ਜਾਊਗਾ 65, ਇਹ ਬਣ ਜਾਊਗਾ 80, ਇਹ ਬਣ ਜਾਊਗਾ 85। ਟਰਾਂਸਪੋਰਟ ਦੇ ਵਿੱਚ ਤੁਸੀਂ ਕੁਝ ਨਹੀਂ ਦੇਖਣਾ ਕਿ ਇਨਪੁਟ ਸਟੇਬਲ ਹੋਣੀ ਦੇਰ ਰਹਿ ਰਹੀ ਕਿ ਨਹੀਂ ਰਹਿ ਰਹੀ, ਤੁਸੀਂ ਸਿੰਪਲ ਜਿੰਨਾ ਵੀ ਚੀਜ਼ ਦਿੱਤੀ ਹੈ ਉਨੀ ਉਹਦੇ ਵਿੱਚ ਕੀ ਕਰ ਦੇਣੀ ਹੈ, ਐਡ ਕਰ ਦੇਣੀ। ਠੀਕ ਹੈ, ਇਹ ਸਾਡਾ ਸੀਗਾ ਟਰਾਂਸਪੋਰਟ ਡਿਲੇ। ਹੁਣ ਤਾਂ ਨਹੀਂ ਡਾਊਟ ਕਿਸ ਨੂੰ ਇਹ ਦੋਨੋਂ ਟੌਪਿਕਸ ਦੇ ਵਿੱਚ? ਠੀਕ ਹੈ, ਇਨਰਸ਼ੀਅਲ ਗੇਟਸ ਦਾ ਡਿਲੇ, ਇਨਰਸ਼ੀਅਲ ਜਿਹੜਾ ਹੈਗਾ ਡਿਲੇ ਗੇਟ ਦਾ ਡਿਲੇ ਹੈ, ਤੇ ਟਰਾਂਸਪੋਰਟ ਡਿਲੇ ਸਿਗਨਲ ਨੂੰ ਵਾਇਰਸ ਦੇ ਵਿੱਚ ਟਰੈਵਲ ਕਰਨ ਦੇ ਲਈ ਜਿੰਨਾ ਟਾਈਮ ਲੱਗ ਰਿਹਾ ਉਹ ਸਾਡਾ ਹੋ ਗਿਆ ਟਰਾਂਸਪੋਰਟ ਡਿਲੇ। ਠੀਕ ਹੈ, ਥਰਡ ਡਿਲੇ ਸੀਗਾ ਇੱਕ ਡੈਲਟਾ ਡਿਲੇ।
ਹੁਣ ਦੇਖੋ ਇਹ ਪੜੋ ਕੀ ਕਰਦਾ, ਕਹਿੰਦਾ ਡੈਲਟਾ ਡਿਲੇ ਡਸ ਨਾਟ ਐਗਜ਼ਿਸਟ ਇਨ ਰੀਅਲ ਟਾਈਮ। ਮਤਲਬ ਹਾਰਡਵੇਅਰ ਦੇ ਵਿੱਚ ਇਹ ਵਾਲਾ ਡਿਲੇ ਐਗਜ਼ਿਸਟ ਨਹੀਂ ਕਰਦਾ। ਹਾਰਡਵੇਅਰ ਦੇ ਵਿੱਚ ਇਨਰਸ਼ੀਅਲ ਡਿਲੇ ਵੀ ਐਗਜ਼ਿਸਟ ਕਰਦਾ, ਟਰਾਂਸਪੋਰਟ ਡਿਲੇ ਵੀ ਐਗਜ਼ਿਸਟ ਕਰਦਾ। ਅਗਰ ਕੋਈ ਆਪਾਂ ਹਾਰਡਵੇਅਰ ਲਈਏ, ਸਰਕਿਟ ਲਈਏ, ਉਹਦੇ ਵਿੱਚ ਸਾਨੂੰ ਇਨਰਸ਼ੀਅਲ ਡਿਲੇ ਵੀ ਦੇਖਣ ਨੂੰ ਮਿਲੇਗਾ, ਟਰਾਂਸਪੋਰਟ ਡਿਲੇ ਦੇਖਣ ਨੂੰ ਵੀ ਮਿਲੇਗਾ। ਪਰ ਡੈਲਟਾ ਡਿਲੇ ਜਿਹੜਾ ਹੈਗਾ ਉਹ ਹਾਰਡਵੇਅਰ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ। ਇਟ ਇਜ਼ ਓਨਲੀ ਯੂਜ਼ਡ ਬਾय ਸੌਫਟਵੇਅਰ ਡਿਊਰਿੰਗ ਸਿਮੂਲੇਸ਼ਨ। ਇਹ ਸਿਰਫ ਸੌਫਟਵੇਅਰ ਯੂਜ਼ ਕਰਦਾ, ਜਿਹੜਾ ਵੀ ਆਪਾਂ ਪ੍ਰੋਗਰਾਮ ਯੂਜ਼ ਕਰਾਂਗੇ ਇਹਨਾਂ ਦੀ ਸਰਕਿਟਸ ਨੂੰ ਬਣਾਉਣ ਕਰਨ ਲਈ, ਪ੍ਰੋਗਰਾਮਿੰਗ ਦੇ ਲਈ, ਉਹਦੇ ਵਿੱਚ ਇਹ ਵਾਲਾ ਸਿਰਫ ਡਿਲੇ ਯੂਜ਼ ਹੁੰਦਾ ਹੈ। ਠੀਕ ਹੈ। ਡੈਲਟਾ ਡਿਲੇ ਕੀ ਕਹਿੰਦਾ, ਡੈਲਟਾ ਡਿਲੇ ਐਕਚੁਅਲੀ ਰਿਪਰੈਜ਼ੈਂਟ ਦਾ ਟਾਈਮ ਬਿਟਵੀਨ ਟੂ ਸੀਕੁਐਂਸ਼ੀਅਲ ਇਵੈਂਟਸ। ਇਹ ਦੋ ਇਵੈਂਟਸ ਦੇ ਵਿੱਚ ਜਿੰਨਾ ਟਾਈਮ ਹੈ ਉਹਦੇ ਵਿੱਚ ਕੀ ਕਰ ਰਿਹਾ, ਡੈਲਟਾ ਡਿਲੇ ਸਾਨੂੰ ਰਿਪਰੈਜ਼ੈਂਟ ਕਰਦਾ। ਡੈਲਟਾ ਮਤਲਬ ਹੁੰਦਾ, ਡੈਲਟਾ ਕੀ ਇੰਗਲਿਸ਼ ਦਾ ਵਰਡ ਹੈ, ਇਹਦਾ ਮਤਲਬ ਹੁੰਦਾ ਸਮॉल, ਸਮॉल, ਵੈਰੀ ਸਮॉल। ਡੈਲਟਾ ਦਾ ਮਤਲਬ ਹੁੰਦਾ ਵੈਰੀ ਸਮॉल। ਠੀਕ ਹੈ। ਇਹ ਵਾਲਾ ਡਿਲੇ ਜਿਹੜਾ ਹੈਗਾ ਪ੍ਰੋਗਰਾਮਸ ਦੇ ਵਿੱਚ ਐਗਜ਼ਿਸਟ ਨਹੀਂ ਕਰੇਗਾ, ਸੌਰੀ ਹਾਰਡਵੇਅਰ ਦੇ ਵਿੱਚ ਐਗਜ਼ਿਸਟ ਨਹੀਂ ਕਰੇਗਾ, ਸਿਰਫ ਪ੍ਰੋਗਰਾਮ ਦੇ ਵਿੱਚ ਐਗਜ਼ਿਸਟ ਕਰੇਗਾ। ਇਹਦਾ ਮਤਲਬ ਕੀ ਹੁੰਦਾ, ਸਪੋਜ਼ ਕਰੋ ਆਪਾਂ ਪ੍ਰੋਗਰਾਮ ਦੇ ਵਿੱਚ ਕੋਈ ਇਦਾਂ ਵੇਵਫਾਰਮ ਬਣਾ ਦਿੱਤੀ। ठीक है, 5, 15, 25, 30। जो आप डेल्टा डिले रिप्रेजेंट करना, डेल्टा मतलब कि थोड़ा या मतलब थोड़े चेंज, थोड़े टाइम बाद क्या होगा, सिग्नल दोबारा चेंज, जिदा इत्थे चेंज हो रहा सी, सपोज करो ਹੁਣ ਕੀ ਹੋਊਗਾ, ਜਦੋਂ ਤੁਸੀਂ ਇਹਦੇ ਆਊਟਪੁੱਟ ਲਓਗੇ ਪ੍ਰੋਗਰਾਮ ਦੇ ਵਿੱਚ, ਸਿਮੂਲੇਸ਼ਨ ਦੇ ਵਿੱਚ ਥੋੜੇ ਜਿਹੇ ਟਾਈਮ ਬਾਅਦ ਚੇਂਜ ਹੋਣਾ ਸ਼ੁਰੂ ਹੋਏਗਾ। ਇਹ ਥੋੜਾ ਟਾਈਮ ਲੱਗੇਗਾ। ਠੀਕ ਹੈ। ਇਹ ਵਾਲਾ ਜਿਹੜਾ ਡਿਲੇ ਹੈ ਇਹਨੂੰ ਕਹਿ ਦਿੰਦੇ ਆ ਡੈਲਟਾ ਡਿਲੇ। ਉਸ ਤੋਂ ਥੋੜੀ ਦੇਰ ਬਾਅਦ ਕੀ ਹੋਣਾ, ਚੇਂਜ ਹੋਣਾ। ਠੀਕ ਹੈ। ਸਿਰਫ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮਿੰਗ ਦੇ ਵਿੱਚ ਜਿਹੜਾ ਹੈਗਾ ਆ ਐਗਜ਼ਿਸਟ ਕਰਦਾ ਹੈ। ਠੀਕ ਹੈ। ਜ਼ਿਆਦਾ ਬਣ ਗਿਆ, ਇੰਨਾ ਨਹੀਂ ਬਣਨਾ, ਥੋੜੇ ਜਿਹੇ ਟਾਈਮ ਬਾਅਦ ਤੁਸੀਂ ਬਸ ਦਿਖਾਣੀ ਹੈ। ਠੀਕ ਹੈ। ਕਲੀਅਰ ਹੋਇਆ। ਇਹ ਪ੍ਰੋਗਰਾਮ ਲੈਂਗੁਏਜ VHDL ਲੈਂਗੁਏਜ ਯੂਜ਼ ਕਰਦੀ ਹੈ। ਇਹ ਰਿਪਰੈਜ਼ੈਂਟ ਕਰਦਾ ਟਾਈਮ ਟੇਕਨ ਬਿਟਵੀਨ ਟੂ ਸੀਕੁਐਂਸ਼ੀਅਲ ਇਵੈਂਟ। ਦੋ ਇਵੈਂਟਸ ਦੇ ਵਿੱਚ ਚੇਂਜ ਹੋਣ ਦੇ ਵਿੱਚ ਕਿੰਨਾ ਟਾਈਮ ਲੱਗ ਰਿਹਾ, ਉਹਨੂੰ ਇਹ ਵਾਲਾ ਡਿਲੇ ਜਿਹੜਾ ਹੈਗਾ ਆ ਰਿਪਰੈਜ਼ੈਂਟ ਕਰਦਾ ਹੈ। ਅਸਲ ਦੇ ਵਿੱਚ ਹਾਰਡਵੇਅਰ ਦੇ ਵਿੱਚ ਇਹ ਵਾਲੀ ਚੀਜ਼ ਜਿਹੜੀ ਹੈਗੀ ਹੈ ਐਗਜ਼ਿਸਟ ਨਹੀਂ ਕਰਦੀ। ਇਹ 'ਚ ਤਾਂ ਨਹੀਂ ਡਾਊਟ ਕਿਸੇ ਨੂੰ? ਇਹ 'ਚ ਤੁਸੀਂ ਬਸ ਥੋੜੇ ਟਾਈਮ ਬਾਅਦ ਸਿਗਨਲ ਜਿੱਦਾਂ ਦਿੱਤਾ ਉਦਾਂ ਹੀ ਬਣਾ ਲੈਣਾ। ਠੀਕ ਹੈ। ਹਾਂਜੀ, ਬਾਕੀ ਨੇ ਕਿਸੇ ਨੂੰ ਨਹੀਂ? डिले बच्चे ये प्रोग्राम के जो लैंग्वेज है, लैंग्वेज में इन बिल्ट है। ठीक है। मतलब जो जो लैंग्वेज VHDL हम प्रोग्राम यूज करेंगे, सॉफ्टवेयर यूज करेंगे, सिमुलिंक, ठीक है, उसमें क्या होता है, उसमें ये इन बिल्ट ही है। ठीक है। उसका अपना ही फीचर है कि जब इनपुट चेंज करती है तो थोड़ा टाइम, थोड़े से टाइम बाद जो है आउटपुट चेंज होती है। ठीक है। ये असल में हार्डवेयर में एग्जिस्ट नहीं करता, ये प्रोग्राम में ही सिर्फ क्या करता है, एग्जिस्ट करता है। ठीक है। हाँ जी वैभव, ਚਲੋ ਨੈਕਸਟ ਟੌਪਿਕ ਦੇਖੋ। ਹੁਣ ਤੁਹਾਡੇ ਪ੍ਰੋਗਰਾਮਿੰਗ ਵਾਲਾ ਸੈਕਸ਼ਨ ਸ਼ੁਰੂ ਹੋ ਗਿਆ। ਪ੍ਰੋਗਰਾਮ ਜਿਹੜੇ ਹੈਗੇ ਆ ਕਿੱਦਾਂ ਬਣਨੇ ਨੇ, ਠੀਕ ਹੈ, ਉਹ ਸ਼ੁਰੂ ਹੋ ਗਿਆ। ਮੇਨ ਹੈਗਾ ਟੌਪਿਕ, ਧਿਆਨ ਨਾਲ ਸਮਝਿਓ, ਕਿਉਂਕਿ ਜੇ ਆ ਸਮਝ ਨਹੀਂ ਲੱਗੇਗਾ ਫਿਰ ਤੁਹਾਨੂੰ ਸਮਝ ਨਹੀਂ ਲੱਗਣਾ ਕਿ ਪ੍ਰੋਗਰਾਮ ਕਿੱਦਾਂ ਆਪਾਂ ਇਹਦੇ ਬਣਾਉਣੇ। ਠੀਕ ਹੈ। ਦੇਖੋ VIDL ਦੇ ਵਿੱਚ ਪ੍ਰੋਗਰਾਮਿੰਗ, ਕਿਸੇ ਵੀ ਚੀਜ਼ ਦੀ ਪ੍ਰੋਗਰਾਮਿੰਗ ਕਰਨ ਦੇ ਤਿੰਨ ਤਰੀਕੇ ਹੋ ਸਕਦੇ ਨੇ। ਠੀਕ ਹੈ। ਕੋਈ ਵੀ ਇੱਕ ਸਿੰਪਲ, ਇੱਕ ਕੋਈ ਵੀ ਗੇਟ ਹੈ, ਕੋਈ ਵੀ ਸਰਕਟ ਹੈ, ਉਹਨੂੰ ਆਪਾਂ ਤਿੰਨ ਤਰੀਕੇ ਦੇ ਨਾਲ ਉਹਦਾ ਪ੍ਰੋਗਰਾਮ ਲਿਖ ਸਕਦੇ ਹਾਂ। ਜਾਂ ਤਾਂ ਆਪਾਂ ਉਹਦੀ ਬਿਹੇਵੀਅਰ ਸਟਾਈਲ ਦੇ ਨਾਲ ਮਾਡਲਿੰਗ ਕਰ ਸਕਦੇ ਹਾਂ, ਜਾਂ ਡਾਟਾ ਫਲੋ ਸਟਾਈਲ ਨਾਲ ਮਾਡਲਿੰਗ ਕਰ ਸਕਦੇ ਹਾਂ, ਜਾਂ ਸਟਰਕਚਰਲ ਸਟਾਈਲ ਦੇ ਨਾਲ ਮਾਡਲਿੰਗ ਕਰ ਸਕਦੇ ਹਾਂ। ਮਤਲਬ ਜਾਂ ਤਾਂ ਆਪਾਂ ਬਿਹੇਵੀਅਰ ਸਟਾਈਲ ਯੂਜ਼ ਕਰਕੇ ਉਹਦਾ ਪ੍ਰੋਗਰਾਮ ਲਿਖ ਸਕਦੇ ਹਾਂ, ਜਾਂ ਡਾਟਾ ਫਲੋ ਯੂਜ਼ ਕਰਕੇ ਉਹਦਾ ਪ੍ਰੋਗਰਾਮ ਲਿਖ ਸਕਦੇ ਹਾਂ, ਜਾਂ ਸਟਰਕਚਰਲ ਮੈਥਡ ਯੂਜ਼ ਕਰਕੇ ਉਹਦਾ ਪ੍ਰੋਗਰਾਮ ਲਿਖ ਸਕਦੇ ਹਾਂ। ਹੁਣ ਦੇਖੋ ਇਹ ਚੀਜ਼ ਹੈ ਕੀ, ਬਿਹੇਵੀਅਰ, ਡੈਲਟਾ ਤੇ ਸਟਰਕਚਰਲ ਹੈ ਕੀ। ਆਪਾਂ ਸਭ ਤੋਂ ਜਿਹੜਾ ਸਿੰਪਲ ਪ੍ਰੋਗਰਾਮਿੰਗ ਦੀ ਮੈਥਡ ਹੈ, ਬਿਹੇਵੀਅਰ ਮੈਥਡ ਹੈ, ਉਹ ਤੋਂ ਸਟਾਰਟ ਕਰਦੇ ਹਾਂ ਅੱਜ। ਕਹਿੰਦਾ ਬਿਹੇਵੀਅਰ ਡਿਸਕ੍ਰਿਪਸ਼ਨ ਡਿਸਕ੍ਰਾਈਬ ਅ ਸਿਸਟਮ ਬਿਹੇਵੀਅਰ ਔਰ ਫੰਕਸ਼ਨ ਇਨ ਐਨ ਐਲਗੋਰਿਦਮਿਕ ਫੈਸ਼ਨ। ਬਿਹੇਵੀਅਰ ਦੇ ਵਿੱਚ ਜਿਹੜਾ ਆਪਾਂ ਸਰਕਟ ਦਾ ਬਿਹੇਵੀਅਰ ਹੈ, ਇੱਕ ਐਲਗੋਰਿਦਮ ਦੇ ਟਰਮ ਦੇ ਵਿੱਚ ਡਿਸਕ੍ਰਾਈਬ ਕਰਦੇ ਹਾਂ। ਅਗਲੀ ਲਾਈਨ ਬਹੁਤ ਇੰਪੋਰਟੈਂਟ ਹੈ,
कहना बिहेवियर स्टाइल यूज की करता है, ट्रुथ टेबल यूज करता है प्रोग्रामिंग के लिए। ठीक है, बिहेवियर स्टाइल जनरली यूजेस ट्रुथ टेबल फॉर डिस्क्राइबिंग द बिहेवियर ऑफ द सर्किट। कि ਇਹਦੇ ਵਿੱਚ ਟਰੁਥ ਟੇਬਲ ਯੂਜ਼ ਹੁੰਦੇ ਨੇ ਸਰਕਟ ਦੀ ਪ੍ਰੋਗਰਾਮਿੰਗ ਕਰਨ ਦੇ ਲਈ। ਬਿਹੇਵੀਅਰ ਸਟਾਈਲ ਕੰਸਿਸਟ ਆਫ ਵਨ অর ਮੋਰ ਪ੍ਰੋਸੈਸ ਸਟੇਟਮੈਂਟ। ਠੀਕ ਹੈ, ਈਚ ਪ੍ਰੋਸੈਸ ਸਟੇਟਮੈਂਟ ਹੈਜ਼ ਅ ਸੈਂਸਿਟੀਵਿਟੀ ਲਿਸਟ ਟੂ ਵਿਚ ਅ ਪ੍ਰੋਸੈਸ ਇਜ਼ ਸੈਂਸਿਟਿਵ। ਕਹਿੰਦਾ ਇਹਦੇ ਵਿੱਚ ਇੱਕ ਪ੍ਰੋਸੈਸ ਸਟੇਟਮੈਂਟ ਯੂਜ਼ ਹੁੰਦੀ ਹੈ। ਪਹਿਲੀ ਤਾਂ ਗੱਲ ਬਿਹੇਵੀਅਰ ਦੇ ਵਿੱਚ ਸਟਾਈਲ ਦੇ ਵਿੱਚ ਪ੍ਰੋਸੈਸ ਸਟੇਟਮੈਂਟ ਯੂਜ਼ ਹੁੰਦੀ ਹੈ, ਤੇ ਪ੍ਰੋਸੈਸ ਸਟੇਟਮੈਂਟ ਦੀ ਕੋਈ ਨਾ ਕੋਈ ਕੀ ਹੋਏਗੀ, ਸੈਂਸਿਟੀਵਿਟੀ ਲਿਸਟ ਵੀ ਹੋਏਗੀ। ਜਦੋਂ ਆਪਾਂ ਡਿਸਕਸ ਕੀਤਾ ਸੀਗਾ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਪ੍ਰੋਸੈਸ ਕੀ ਹੋਊਗਾ, ਹਰ ਇੱਕ ਪ੍ਰੋਸੈਸ ਸਟੇਟਮੈਂਟ ਦੀ ਕੀ ਹੈ, ਇੱਕ ਲਿਸਟ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਜੋ ਵੀ ਆਪਾਂ ਪੈਰਾਮੀਟਰ ਡਾਲਦੇ ਹਾਂ ਉਹਦੀ ਸੈਂਸਿਟੀਵਿਟੀ ਲਿਸਟ ਹੈ। ਜਦੋਂ ਇਹਨਾਂ ਵਿੱਚ ਕੁਝ ਨਾ ਕੁਝ ਚੇਂਜ ਆਊਗਾ ਪ੍ਰੋਸੈਸ ਦੇ ਵਿੱਚ, ਜੋ ਵੀ ਲਿਖਿਆ ਉਹਦੇ ਵਿੱਚ ਕੀ ਹੋਊਗਾ, ਚੇਂਜ ਆਉਂਦਾ ਕੁਝ ਨਾ ਕੁਝ। ਠੀਕ ਹੈ, दूसरा की कहता है बिहेवियर स्टाइल यूजिंग सीक्वेंशियल सिस्टम, सीक्वेंशियल स्टेटमेंट एंड सीक्वेंशियल स्टेटमेंट्स आर एक्सिक्यूटेड सीक्वेंशली बाय द सिमुलेटर। बिहेवियर स्टाइल की करता है, सीक्वेंशियल जी हैगी है अपनी यूज करता है स्टाइल प्रोग्रामिंग के लिए। ठीक है, तो जो सीक्वेंशियल है ਤੁਹਾਨੂੰ पता ही है कि सीक्वेंस का मतलब है लाइन बाय लाइन। ਇਹਦੇ ਵਿੱਚ ਜਿਹੜਾ ਪ੍ਰੋਗਰਾਮ ਰਨ ਕਰੇਗਾ, ਪ੍ਰੋਗਰਾਮ ਰਨ ਕੀ ਕਰੇਗਾ, ਜਿੱਦਾਂ ਤੁਸੀਂ ਲਿਖੋਗੇ ਪਹਿਲਾਂ ਫਸਟ ਲਾਈਨ ਰਨ ਕਰੇਗੀ, ਫਿਰ ਸੈਕੰਡ ਲਾਈਨ ਰਨ ਕਰੇਗੀ, ਫਿਰ ਥਰਡ ਲਾਈਨ ਕੀ ਕਰੇਗੀ ਇਹਦੇ ਵਿੱਚ ਰਨ ਕਰੇਗੀ। ਠੀਕ ਹੈ, पहले तो कहते ट्रुथ टेबल यूज होने, ਇਹਦਾ मतलब ਤੁਹਾਨੂੰ अगर किसी चीज़ ਦੀ ਪ੍ਰੋਗਰਾਮ ਕਰਨਾ ਤੁਹਾਨੂੰ ਉਹਦਾ ਟਰੁਥ ਟੇਬਲ ਪਤਾ ਹੋਣਾ ਚਾਹੀਦਾ, ਪਹਿਲੀ ਗੱਲ ਤਾਂ। ਠੀਕ ਹੈ, ਜੇ ਤੁਹਾਨੂੰ ਟਰੁਥ ਟੇਬਲ ਨਹੀਂ ਉਹਦਾ ਪਤਾ ਤੇ ਤੁਸੀਂ ਉਹਦੀ ਪ੍ਰੋਗਰਾਮਿੰਗ ਨਹੀਂ ਕਰ ਸਕਦੇ। ਕਲੀਅਰ ਹੈ ਇੰਨੀ ਗੱਲ? ਮੈਂ ਹੁਣ ਪ੍ਰੋਗਰਾਮ ਬਣਾ ਰਿਹਾ ਇੱਕ, ਅੱਜ ਤੁਹਾਨੂੰ ਸਿੰਪਲ ਐਗਜ਼ਾਮਪਲ ਆਪਾਂ ਸਟਾਰਟ ਕਰਦੇ ਹਾਂ। ਫਸਟ ਪ੍ਰੋਗਰਾਮ ਸਪੋਜ਼ ਕਰੋ ਆਪਾਂ ਪ੍ਰੋਗਰਾਮ ਬਣਾਉਂਦੇ ਹਾਂ ਹਾਫ ਐਡਰ ਦਾ। ਠੀਕ ਹੈ, ਆਪਾਂ ਪ੍ਰੋਗਰਾਮ ਬਣਾਉਣਾ ਹੈ ਹਾਫ एडर, तो आप स्टाइल कड़ा यूज करना है, बिहेवियर स्टाइल यूज करना है। ठीक है, ਇਹਦਾ मतलब हाफ एडर की ਹੁੰਦਾ ਸਭ ਤੋਂ ਪਹਿਲਾਂ, हाफ एडर ਦੀ ਕਿੰਨੀ ਇਨਪੁਟ ਹੁੰਦੀਆਂ ਤੇ ਕਿੰਨੀ ਆਉਟਪੁੱਟ ਹੁੰਦੀਆਂ, ਕੋਈ ਦੱਸ ਸਕਦਾ? ਹਾਂਜੀ, ਹਾਫ ਐਡਰ ਦੀ ਕਿੰਨੀ ਇਨਪੁਟਸ ਹੁੰਦੀਆਂ ਤੇ ਕਿੰਨੀਆਂ ਤੇ ਆਉਟਪੁੱਟ? ठीक है, ठीक है, हाफ एडर देखो, हाफ एडर ਦੀਆਂ ਦੋ ਇਨਪੁਟ ਹੁੰਦੀਆਂ, ਦੋ ਹੀ ਆਉਟਪੁੱਟ ਹੁੰਦੀਆਂ। ਠੀਕ ਹੈ, ਇਨਪੁਟ ਕੁਝ ਵੀ ਲੈ ਲਓ, ਸਪੋਜ਼ ਕਰੋ ਇਨਪੁਟ ਨੂੰ ਤੁਸੀਂ ਨਾਮ ਦੇ ਦਿੱਤਾ A ਤੇ B। ਠੀਕ ਹੈ, ਆਉਟਪੁੱਟ ਕਿਹੜੀ ਕਿਹੜੀ ਹੁੰਦੀ, ਇੱਕ ਸਮ ਹਾਫ ਐਡਰ ਦੀ, ਦੂਜੀ ਕੈਰੀ। ठीक है, ਇਹ ਸਾਡਾ ਬਲੌਕ ਡਾਇਗਰਾਮ ਹੋ ਗਿਆ। ਦੇਖੋ ਬਿਹੇਵੀਅਰ ਸਟਾਈਲ ਦੇ ਬੜਾ ਸੌਖਾ ਮੈਥਡ ਹੈ ਪ੍ਰੋਗਰਾਮਿੰਗ ਕਰਨ ਦਾ। ਅਗਰ ਤੁਹਾਨੂੰ ਟਰੁਥ ਟੇਬਲ ਪਤਾ ਤੁਸੀਂ ਆਰਾਮ ਨਾਲ ਹੀ ਪ੍ਰੋਗਰਾਮਿੰਗ ਕਰ ਸਕਦੇ, ਤੁਹਾਨੂੰ ਕੋਈ ਮਤਲਬ ਨਹੀਂ ਇਹਦੇ ਵਿੱਚ ਕੀ ਸਰਕਟ ਲੱਗਿਆ, ਕੀ ਯੂਜ਼ ਹੋ ਰਿਹਾ, ਉਹਨਾਂ ਤੁਹਾਨੂੰ ਕੋਈ ਮਤਲਬ ਨਹੀਂ। ਪਰ ਜਿਹੜਾ ਦੂਸਰੇ ਸਟਾਈਲ ਆਪਾਂ ਜਦੋਂ ਡਿਸਕਸ ਕਰਾਂਗੇ ਉਹ 'ਚ ਸਾਨੂੰ ਪਤਾ ਹੋਣਾ ਚਾਹੀਦਾ ਕਿ ਅੰਦਰ ਵੀ ਕਿਹੜੇ ਕਿਹੜੇ ਗੇਟਸ ਲੱਗੇ, ਤਾਂ ਹੀ ਆਪਾਂ ਉਹ ਵਾਲੇ ਮੈਥਡ ਯੂਜ਼ ਕਰ ਸਕਦੇ ਹਾਂ। ਇਸ ਲਈ ਆਪਾਂ ਪ੍ਰੈਫਰ ਇਹੀ ਵਾਲਾ ਮੈਥਡ ਕਰਦੇ ਹਾਂ। ਦੇਖੋ ਇਹਦਾ ਆਪਾਂ ਹੁਣ ਟਰੁਥ ਟੇਬਲ ਬਣਾਉਣਾ ਸਭ ਤੋਂ ਪਹਿਲਾਂ, ਕਿਉਂਕਿ ਇਹਦੇ ਪ੍ਰੋਗਰਾਮਿੰਗ ਲਈ ਸਾਨੂੰ ਟਰੁਥ ਟੇਬਲ ਚਾਹੀਦਾ। ਸਭ ਤੋਂ ਪਹਿਲਾਂ ਮੈਂ ਲਿਖਾਂਗਾ A, इनपुट दूसरी की है B, एक मेरी आउटपुट की है सम, दूसरी मेरी आउटपुट की है कैरी। ठीक है, अब मैं सब तो ट्रुथ टेबल होना 0 1 0 1, इधर की है 0 0 1 ਤੇ 1। हाँ जी, ਇੱਥੇ ਕੀ ਸਮ ਕੀ ਆਊਗਾ, ਜੇ ਦੋਨੋਂ 0 0 ਹੈ ਤਾਂ ਸਮ ਕੀ ਹੋਊਗਾ 0, कैरी भी की होगा 0 0 ਤੇ 1, 0 ਤੇ 1 ਸਮ ਕੀ ਹੋ ਗਿਆ 1, कैरी 0, 1 ਤੇ 0 ਫਿਰ ਐਡ ਕਰੋਗੇ ਇੱਥੇ 1 ਆਊਗਾ, कैरी ਕੀ ਆਊਗਾ ਫਿਰ 0। ਹੁਣ 1 ਤੇ 1 ਕਰੋਗੇ ਇੱਥੇ ਸਮ ਹੋ ਗਿਆ 0, कैरी ਹੋ ਗਿਆ 1। ਠੀਕ ਹੈ, ਆਹ ਟਰੁਥ ਟੇਬਲ ਹੈ। ਟਰੁਥ ਟੇਬਲ ਦੇ ਵਿੱਚ ਕਿਸੇ ਨੂੰ ਡਾਊਟ ਹੋਣੇ ਦੇ, ਜੇ ਇਹ ਤੁਹਾਨੂੰ ਟਰੁਥ ਟੇਬਲ ਕਲੀਅਰ ਹੈ ਤੇ ਤੁਸੀਂ ਇਹਦਾ ਪ੍ਰੋਗਰਾਮ ਬਣਾ ਸਕਦੇ। ਪਰ ਹਾਂ ਇਹ 'ਚ ਆਹ ਧਿਆਨ ਦੇਣਾ, ਅਗਰ ਤੁਸੀਂ ਟਰੁਥ ਟੇਬਲ ਹੀ ਗਲਤ ਬਣਾਤਾ ਤੁਹਾਡਾ ਪੂਰਾ ਪ੍ਰੋਗਰਾਮ ਗਲਤ ਹੋ ਜਾਣਾ। ਠੀਕ ਹੈ, ਇਸ ਲਈ ਸਭ ਤੋਂ ਪਹਿਲਾਂ ਇੰਪੋਰਟੈਂਟ ਕੀ ਹੈ, ਜੋ ਕੋਈ ਵੀ ਕੁਐਸਚਨ ਆਉਂਦਾ, ਕੋਈ ਵੀ ਪ੍ਰੋਗਰਾਮ ਲਿਖਣ ਲਈ ਆਉਂਦਾ,
5 मिनट एक्स्ट्रा ला के जरूर ध्यान देना कि मैं जो ट्रुथ टेबल बना रहा हूँ सही बना रहा कि नहीं बना रहा, क्योंकि जो ट्रुथ टेबल गलत बना दूंगा तो मेरा सारा प्रोग्राम ही की हो जाएगा, गलत हो जाएगा। ठीक है, चलो फिर स्टार्ट करते हैं प्रोग्रामिंग। देखो जब ਆਪਾਂ डिस्कस करना शुरू किया ਸੀਗਾ ਇਹਦਾ स्ट्रक्चर ऑफ VHDL प्रोग्राम, ਆਪਾਂ ਕਿਹਾ ਸੀਗਾ ਜੀ ਸਭ ਤੋਂ ਪਹਿਲਾਂ ਕੀ ਹੁੰਦਾ, ਇੱਕ ਲਾਇਬ੍ਰੇਰੀ ਹੁੰਦੀ ਹੈ, ਠੀਕ ਹੈ, ਇੱਕ ਐਂਟੀਟੀ ਹੁੰਦੀ ਹੈ ਤੇ ਇੱਕ ਕੀ ਹੁੰਦਾ ਹੈ, ਆਰਕੀਟੈਕਚਰ। ਕੀ ਚੀਜ਼ ਹੁੰਦੀ ਪ੍ਰੋਗਰਾਮ ਦੇ ਵਿੱਚ, ਸਭ ਤੋਂ ਪਹਿਲਾਂ ਲਾਇਬ੍ਰੇਰੀ, ਫਿਰ ਐਂਟੀਟੀ, ਫਿਰ ਕੀ ਹੁੰਦਾ ਹੈ ਆਰਕੀਟੈਕਚਰ। ठीक है, आर्किटेक्चर। सबसे पहले आप लाइब्रेरी से शुरू करते हैं प्रोग्राम लिखना, कोई भी स्टार्ट करना। ठीक है, सब तो पहले देखो ਇਹ ਜਿਹੜੀ ਦੋ ਲਾਈਨਾਂ ਮੈਂ ਲਿਖ ਰਿਹਾ ਇਹ ਤੁਹਾਨੂੰ ਹੋਰ ਵੀ ਮੈਂ ਦੱਸਿਆ ਸੀ ਪੂਰੇ ਪ੍ਰੋਗਰਾਮ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਇਹੀ ਯੂਜ਼ ਹੋਣੀ ਹੈ। ਫਸਟ ਟੂ ਲਾਈਨਸ, ਪਹਿਲੀ ਲਾਈਨ ਕੀ ਰਹੇਗੀ, ਲਾइब्रेरी। ਕਿਹੜੀ ਲਾइब्रेरी ਆਪਾਂ ਯੂਜ਼ ਕਰ ਰਹੇ ਹਾਂ, IEEE ਲਾइब्रेरी ਸਾਡੀ ਯੂਜ਼ ਕਿਹੜੀ ਹੋ ਰਹੀ ਹੈ, IEEE ਜਿਹੜੀ ਲਾइब्रेरी ਹੈ ਉਹ ਕੀ ਹੋ ਰਹੀ ਹੈ, ਯੂਜ਼ ਹੋ ਰਹੀ ਹੈ। ठीक है, अगली लाइन की आनी देखो, आप पैकेज यूज करना, पैकेज कड़ा यूज करना, यूज IEEE.std अंडरस्कोर लॉजिक अंडरस्कोर 1164 ऑल। फर्स्ट वाली लाइन है वो लाइब्रेरी है, IEEE है, IEEE ਦੇ ਵਿੱਚ ਆਪਾਂ ਪੈਕੇਜ ਕਿਹੜਾ ਯੂਜ਼ ਕਰ ਰਹੇ ਹਾਂ, IEEE.std ਅੰਡਰਸਕੋਰ ਲੌਜਿਕ ਅੰਡਰਸਕੋਰ 1164.all। ਇਹ ਦੋ ਲਾਈਨਾਂ ਸਾਰੇ ਪ੍ਰੋਗਰਾਮ ਦੇ ਵਿੱਚ ਸੇਮ ਰਹਿਣੀਆਂ, ਚਾਹੇ ਤੁਸੀਂ ਬਿਹੇਵੀਅਰ ਸਟਾਈਲ ਨਾਲ ਯੂਜ਼ ਕਰ ਰਹੇ ਹੋ, ਚਾਹੇ ਡਾਟਾ ਸਟਾਈਲ ਯੂਜ਼ ਕਰ ਰਹੇ ਹੋ, ਚਾਹੇ ਸਟਰਕਚਰਲ ਸਟਾਈਲ ਯੂਜ਼ ਕਰ ਰਹੇ ਹੋ, ਇਹ ਦੋ ਲਾइब्रेरी ਵੀ ਸੇਮ ਰਹਿਣੀ ਹੈ, ਪੈਕੇਜ ਵੀ ਇਹੀ ਯੂਜ਼ ਹੋਣਾ ਪੂਰੀ ਪ੍ਰੋਗਰਾਮਿੰਗ ਦੇ ਵਿੱਚ। ठीक है, अगला ਹੁਣ मेरा काम है एंटिटी में बनानी शुरू करनी। ठीक है, मैं नाम देता एंटिटी, मैं जिदा हाफ एडर की बना रहा तो मैं लिख दिता एंटिटी को नाम देता हाफ अंडरस्कोर एडर। ठीक है, मैं एंटिटी को नाम देता हाफ अंडरस्कोर एडर, एंटिटी हाफ, उस तो बाद लिखोगे इज। ठीक है, हूँ तुम ये लिखना है एंटिटी के आप लिखने कि कड़े इनपुट है तो कड़े आउटपुट है। मेरे ए ते बी की है इनपुट है, सम ते कैरी की है मेरा आउटपुट आउटपुट है। ठीक है, तुम अगे लिखोगे फिर पोर्ट। ठीक है, पोर्ट के मेरा की है ए कोमा बी, आ मेरे की है इनपुट है इसलिए मैंने लिख देता इन। ठीक है, इनपुट है इसलिए मैंने लिख देता इन, तो इन की टाइप कड़ी है इन std अंडरस्कोर लॉजिक, जो आप उत्ते पैकेज यूज किया ही आप टाइप यूज करनी है प्रोग्रामिंग के लिए। ठीक है, हो गया std अंडरस्कोर लॉजिक। सैमी कॉलम देखो जिथे तो मैं सैमी कॉलम पढ़ना, ध्यान न देना, तो सैमी कॉलम भी पढ़ना। हूँ मेरी आउटपुट कड़ी कड़ी है, मैं आउटपुट को नाम दिता सम। ठीक है, कोमा कैरी। ठीक है, इतने भी कोमा स्पेस आनी सी, सम कोमा कैरी। आ मेरे की हो गए आउट हो गए, आउटपुट पोर्ट है इसलिए मैंने नाम देता आउट। ये अगे भी फिर तुम लिखोगे std अंडरस्कोर लॉजिक। एक गल ध्यान देना, जो लास्ट वाला सैमी कॉलम है वो ब्रैकेट पैनी, उस तो बाद सैमी कॉलम पैना आउट, जी लास्ट जी लाइन लिखोगे। ठीक है, हूँ एंटिटी मैं स्टार्ट की थी, मैं एंटिटी एंड भी करना। ठीक है, एंड कि करोगे, एंड जो तुम इन्हों नाम दिता वो इतने एंड कर दोगे, एंड हाफ अंडरस्कोर एडर। ठीक है, हाफ एडर जी एंटिटी सी वो की हो गया, मैं खजे की कर दिता उन्होंने जाके एंड के की कर दिता, बंद कर दिता। ठीक है, आ तो जोड़ा सीगा साडा सीगा ਇਹਦਾ एंटिटी जी आप लिखनी सी, एंटिटी लिख दी। हजे एंटिटी तक किसी को डाउट, चार लाइना ये सिंपल चार लाइना लिखिया, ये किसी को डाउट कोई? ठीक है, चलो इस तो बाद हम आप आर्कीटैक्चर लिखना शुरू करना है। सब तो पहले लिखांगे अपना आर्कीटैक्चर। ठीक है, जिदा आप एंटिटी को भी नाम दिता सीगा हाफ एडर, मैं एंटिटी मैं अपने आर्कीटैक्चर को भी कोई ना कोई नाम देना पऊगा। ठीक है, आर्कीटैक्चर को सपोज करो मैं नाम देता XYZ, कोई भी नाम है तुम अपने नाम से भी रख सकते हो, मैं XYZ लिख दिता। आर्कीटैक्चर XYZ ऑफ, आर्कीटैक्चर है कि ए वाली एंटिटी का आर्कीटैक्चर है, इसलिए मैं लिखांगा आर्कीटैक्चर XYZ ऑफ हाफ अंडरस्कोर एडर इज।
ठीक है, जिद्दां उत्ते आपां लिखिया सी सिंटैक्स है, तुहानूं यूज करना ही पैना जिद्दां। उस तो बाद लिखोगे तुसीं जी बिगिन, प्रोग्रामिंग शुरू होने लगी है, तुसीं लिख लेना बिगिन। ठीक है, हुण इत्थे तुसीं लिखोगे प्रोसैस स्टेटमेंट यूज होनी, प्रोसैस। ठीक है, प्रोसैस दे विच की है, मैं तुहानूं डिस्कस किया जिद्दां प्रोसैस दे विच आपां सेंसिटिविटी लिस्ट पानी है। सेंसिटिविटी लिस्ट दे विच तुसीं की पाना, प्रोसैस दे अंदर जो भी सर्किट दियां इनपुट होनियां तुसीं इहदे अंदर लिख देनियां। इहनूं तुसीं की कर देना, इहदे अंदर लिख देना प्रोसैस A, B इज, इधर लिख देना। ठीक है, फिर तुसीं लिखोगे बिगिन, प्रोसैस तो बाद फिर बिगिन करना। क्लियर होया? ए स्टैंडर्ड सिंटैक्स है, सारे पासे यूज होना। हुण प्रोग्रामिंग शुरू करनी है आपां। सब तो पहले देखो, कहना जो ए की वैल्यू 0 है, बी की वैल्यू भी जो 0 है, उदों सम की है 0, कैरी भी उदों की है 0। ठीक है, क्लियर होया? ट्रुथ टेबल तो इतना पता चलता है सानू कि जो ए की वैल्यू 0 है या बी की वैल्यू 0 है, उदों सम की वैल्यू भी की है 0, तो कैरी की वैल्यू भी की है उस समय 0। ठीक है, फिर मैं लिखांगा इफ स्टेटमेंट यूज करनी है, जिद्दां आपां उत्ते प्रोग्राम दे विच सीपीसी दे विच भी यूज कर रहे सी। इफ मैं लिख देता इफ ए इज इक्वल टू 0, कि अगर ए की वैल्यू 0 है एंड बी इज इक्वल टू 0, ਤੇ ਜਦੋਂ b ਦੀ ਵੈਲਿਊ ਵੀ ਕੀ 0 ਹੈ, ਫਿਰ ਕੀ ਹੋ ਜਾਵੇ, ਦੈਨ ਫਿਰ ਕੀ ਹੋ ਜਾਵੇ, ਉੱਤੇ ਦੇਖੋ ਜਦੋਂ a 0 b 0 ਸਮ ਵੀ 0 ਤੇ ਕੈਰੀ ਵੀ ਕੀ ਉਸ ਸਮੇਂ 0, ਉਹਦਾ ਸਮ ਦੀ ਵੈਲਿਊ ਕੀ ਹੋ ਜਾਵੇ 0, ਕੈਰੀ ਵੀ ਉਦੋਂ ਕੀ ਹੋ ਜਾਵੇ 0। क्लियर होया? वाली लाइन, फर्स्ट लाइन क्लियर हुई? सिंपल आप ट्रुथ टेबल यूज किया, इफ a इज इक्वल टू 0 एंड b इज इक्वल टू 0, ਉਹਦਾ ਸਮ ਵੀ ਕੀ ਹੈ 0, ਕੈਰੀ ਵੀ ਕੀ ਹੈ 0। ਇੰਨਾ ਕਲੀਅਰ ਹੋਇਆ ਕਿਸੇ ਨੂੰ? ठीक है, ਹੁਣ ਇਸ ਤੋਂ ਬਾਅਦ ਵਾਲੇ ਕੇਸਿਸ ਲੱਗਣੇ, ਪਹਿਲੇ ਦੇਖੋ ਫਸਟ ਵਾਰ ਇਫ ਯੂਜ਼ ਹੋਣਾ, ਅੱਗੇ ਆਪਾਂ ਜੋ ਡਿਸਕਸ ਕਰਾਂਗੇ ਇਫ ਸਟੇਟਮੈਂਟ, ਉਦੋਂ ਵੀ ਤੁਹਾਨੂੰ ਪਤਾ ਚੱਲੂਗਾ। ਫਸਟ ਵਾਰ ਇਫ ਯੂਜ਼ ਹੋਣਾ, ਉਸ ਤੋਂ ਬਾਅਦ ਸੈਕਿੰਡ ਟਾਈਮ ਜਦੋਂ ਆਪਾਂ ਲਿਖਣਾ, ਹੁਣ ਇਹ ਦੂਜਾ ਕੇਸ ਵੀ ਤਾਂ ਪਿਆ, ਜਦੋਂ a 0 b 1 ਸਮ 1 ਹੋ ਜਾਵੇ ਕੈਰੀ 0 ਹੋ ਜਾਵੇ। ਹੁਣ ਅੱਗੇ ਤੁਸੀਂ ਲਿਖਣਾ ਇਹਦੇ ਬਾਅਦ, ਇਸ ਤੋਂ ਬਾਅਦ ਲਿਖੋਗੇ ਐਲਸ ਇਫ, ELS, ਐਲਸ ਇਫ। ਇਹਨੂੰ ਬੋਲਦੇ ਆਪਾਂ ਐਲਸ ਇਫ ਹੈ, ਸਪੈਲਿੰਗ ਧਿਆਨ ਨਾਲ ਦੇਖੋ, ਈ ਨਹੀਂ ਪੈਂਦਾ, ELSE ਨਹੀਂ ਲਿਖਿਆ ਮੈਂ, ELSIF ਲਿਖਿਆ। ਇਹ 'ਚ ਬੱਚੇ ਬਾਰ-ਬਾਰ ਗਲਤੀ ਕਰਦੇ ਆ, ਉਹ ਜਦੋਂ ਪ੍ਰੋਗਰਾਮ 'ਚ ਲਿਖਦੇ ਆ ਉੱਥੇ ਆ ਕੇ ਫਿਰ ਇੱਦਾਂ ਲਿਖ ਦਿੰਦੇ, ਕਿਉਂਕਿ ਆਪਾਂ ਬੋਲਦੇ ਇਹਨੂੰ ਐਲਸਿਫ ਹੈ, ਉਹ ਸਪੈਲਿੰਗ ਉਹ ਲਿਖ ਦਿੰਦੇ ELSEIF। ਐਲਸਿਫ ਦੇ ਵਿੱਚ ਸਪੈਲਿੰਗ ਕੀ ਹੈ, ELSIF ਹੈ। ਠੀਕ ਹੈ, ਜੇ ਤੁਸੀਂ ਈ ਪਾ ਦੋਗੇ ਸਿੰਟੈਕਸ ਐਰਰ ਆ ਜਾਊਗਾ, ਤੁਹਾਡਾ ਪ੍ਰੋਗਰਾਮ ਰਨ ਨਹੀਂ ਕਰਨਾ। ਐਲਸਿਫ ਕੀ ਹੋ ਜਾਵੇ, ਇਸ ਤੋਂ ਇਲਾਵਾ ਅਗਰ ਇਹਨੂੰ ਕਾਪੀ ਕਰ ਲੈਣਾ, ਇਹ 'ਚ ਚੇਂਜ ਕਰ ਦਿੰਦੇ। ਐਲਸ ਅਗਰ ਕੀ ਹੋ ਜਾਵੇ, a ਜਦੋਂ 0 ਹੈ ਤੇ b ਕੀ ਹੈ 1, a 0 ਜਾਊਗਾ ਤੇ ਜਦੋਂ b 1 ਹੋ ਜਾਵੇ, ਉਦੋਂ ਕੀ ਹੋ ਜਾਵੇ, ਸਮ ਦੀ ਵੈਲਿਊ ਕੀ ਹੋ ਜਾਵੇ 1 ਤੇ ਕੈਰੀ ਦੀ ਵੈਲਿਊ ਕੀ ਹੋ ਜਾਵੇ 0। ਠੀਕ ਹੈ, ਉਸ ਸਮੇਂ ਕੀ ਹੋ ਜਾਣਾ, ਦੈਨ ਸਮ ਦੀ ਵੈਲਿਊ ਕੀ ਹੋ ਜਾਵੇਗੀ 1, ਕੈਰੀ ਦੀ ਵੈਲਿਊ ਕੀ ਹੋ ਜਾਵੇਗੀ 0। ਠੀਕ ਹੈ, ਕਲੀਅਰ ਹੋਇਆ? ਹੁਣ ਅਗਲਾ ਕੇਸ ਵੀ ਆਪਾਂ ਲਿਖ ਦਿੱਤਾ, ਜਦੋਂ a ਦੀ ਵੈਲਿਊ ਕੀ ਹੈ 0, b ਦੀ ਵੈਲਿਊ 1, ਉਸ ਸਮੇਂ ਸਮ ਕੀ ਹੋ ਗਿਆ 1 ਤੇ ਕੈਰੀ ਕੀ ਹੋ ਗਿਆ ਮੇਰਾ 0। ਇਹਦੇ ਵਿੱਚ ਕਿਸੇ ਨੂੰ ਡਾਊਟ? ਠੀਕ ਹੈ, ਇੱਦਾਂ ਹੀ ਆਪਾਂ ਫਿਰ ਤੀਜਾ ਕੇਸ ਲਿਖਣਾ, ਪਹਿਲਾ ਇਫ, ਫਿਰ ਐਲਸ ਇਫ, ਫਿਰ ਐਲਸ ਇਫ। ਫਿਰ ਮੈਂ ਲਿਖਾਂਗਾ, ਹੁਣ ਕੀ ਹੋ ਗਿਆ, ਜਦੋਂ a ਦੀ ਵੈਲਿਊ ਕੀ ਹੋ ਗਈ 1, b ਦੀ ਵੈਲਿਊ ਕੀ ਹੋ ਗਈ 0। ਦੇਖੋ ਮੈਂ ਸਿਰਫ ਟਰੁਥ ਟੇਬਲ ਦੇਖਦਾ ਪਿਆ, ਟਰੁਥ ਟੇਬਲ ਦੇ ਅਕੋਰਡਿੰਗ ਮੈਂ ਸਿਰਫ ਚੇਂਜ ਕਰੀ ਜਾਣਾ ਕਿ ਜਦੋਂ a ਦੀ ਵੈਲਿਊ 1 ਹੋ ਜਾਵੇ, b ਦੀ ਵੈਲਿਊ ਕੀ ਹੋ ਜਾਵੇ 0 ਹੋ ਜਾਵੇ, ਉਦੋਂ ਵੀ ਇਹੀ ਰਹੂਗਾ, ਸਮ 1 ਆਏਗਾ, ਕੈਰੀ ਕੀ ਆਏਗਾ 0, ਉਦੋਂ ਵੀ ਸਮ ਕੀ ਹੈ 1, ਕੈਰੀ ਕੀ ਆਏਗਾ 0। ਠੀਕ ਹੈ, ਹੁਣ ਇੱਕ ਕੇਸ ਰਹਿ ਗਿਆ, ਲਾਸਟ ਵਾਲਾ ਰਹਿ ਗਿਆ। ਇਹਦੇ ਵਿੱਚ ਹੁਣ ਆਪਾਂ ਧਿਆਨ ਨਾਲ ਦੇਣਾ, ਇਹਦੇ ਵਿੱਚ ਆਪਾਂ ਲਿਖਣਾ ਐਲਸ। ਐਲਸ ਇਸ ਤੋਂ ਇਲਾਵਾ ਅਗਰ ਕਹਿੰਦਾ ਕੋਈ ਵੀ ਕੇਸ ਹੋ ਜਾਵੇ, ਉਦੋਂ ਕੀ ਹੈ, ਸਮ ਕੀ ਹੋ ਜਾਵੇ 0, ਕੈਰੀ ਕੀ ਹੋ ਜਾਵੇ 1। ਦੇਖੋ ਚਾਰੋਂ ਕੇਸ ਆਪਾਂ ਲਿਖ ਦਿੱਤੇ, a 0 b 0 ਸਮ 0 ਕੈਰੀ 0, a 0 b 1 ਸਮ 1 ਕੈਰੀ 0, a 1 b 0 ਸਮ 1 ਕੈਰੀ 0, ਐਲਸ ਕੀ ਹੋ ਜਾਏ ਕੈਰੀ ਵੀ 0 ਤੇ ਸਮ 0 ਤੇ ਕੈਰੀ 1। ਇਹ ਸਾਡਾ ਆਪਾਂ ਚਾਰੋਂ ਜਿਹੜੇ ਕੇਸ ਸੀਗੇ, ਇਹਦੀ ਆਪਾਂ ਕੀ ਕਰ ਦਿੱਤੀ, ਪ੍ਰੋਗਰਾਮਿੰਗ ਕਰ ਦਿੱਤੀ। ਠੀਕ ਹੈ, ਤੇ ਬਸ ਇਹ ਚੀਜ਼ਾਂ ਦਾ ਥੋੜੀ ਛੋਟੀ ਛੋਟੀ ਚੀਜ਼ਾਂ ਨੂੰ ਧਿਆਨ ਦੇਣਾ।
ਕਿ ਫਸਟ ਵਾਰ ਤੁਸੀਂ ਇਫ ਯੂਜ਼ ਕਰਨਾ ਹੈ, ਉਸ ਤੋਂ ਬਾਅਦ ਜਿੰਨੇ ਵੀ ਵਿੱਚ ਵਾਲੇ ਕੇਸ ਆਉਗੇ ਉੱਥੇ ਐਲਸ ਇਫ ਯੂਜ਼ ਕਰਨਾ ਹੈ, ਤੇ ਜਿਹੜਾ ਲਾਸਟ ਕੇਸ ਹੋਊਗਾ ਉੱਥੇ ਐਲਸ ਯੂਜ਼ ਕਰਨਾ ਹੈ। ਕਲੀਅਰ ਹੋਇਆ? ਇਹ ਚੀਜ਼ ਥੋੜੀ ਥੋੜੀ ਧਿਆਨ ਦੇਣੀ ਹੈ। ਪਹਿਲੇ ਕੇਸ 'ਚ ਇਫ ਆਊਗਾ, ਲਾਸਟ ਵਾਲੇ ਕੇਸ 'ਚ ਐਲਸ ਆਊਗਾ। ਐਲਸ ਦੇ ਨਾਲ ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ ਹੈ ਕਿ ਐਲਸ ਏ ਇਨਪੁਟ ਦੀ, ਠੀਕ ਹੈ। ਬਾਕੀ ਵਿੱਚ ਵਾਲੇ ਜਿੰਨੇ ਵੀ ਕੇਸ ਆਉਗੇ ਉੱਥੇ ਤੁਸੀਂ ਐਲਸ ਇਫ ਤੇ ਐਲਸ ਇਫ ਲਿਖਣਾ, ਠੀਕ ਹੈ। ਇਹੋ ਦੇਖੋ ਜੀ, ਇਹਦਾ ਪ੍ਰੋਗਰਾਮ ਹੋ ਗਿਆ, ਇਹ ਖਤਮ ਹੋ ਗਿਆ। ਉਹਨਾਂ ਨੂੰ ਆਪਾਂ ਐਂਡ ਕਰਨਾ। ਐਂਡ ਕਿੱਦਾਂ ਕਰਨਾ ਹੈ? ਸਭ ਤੋਂ ਪਹਿਲਾਂ ਆਪਾਂ ਇਫ ਸਟੇਟਮੈਂਟ ਨੂੰ ਐਂਡ ਕਰਨਾ ਹੈ। ਸਭ ਤੋਂ ਪਹਿਲਾਂ ਮੈਂ ਲਿਖਾਂਗਾ ਐਂਡ ਇਫ। ਇਫ ਸਟੇਟਮੈਂਟ ਨੂੰ ਕੀ ਹੋ ਗਿਆ? ਐਂਡ ਕਰਤਾ। ਹੁਣ ਮੈਂ ਪ੍ਰੋਸੈਸ ਸਟੇਟਮੈਂਟ ਨੂੰ ਐਂਡ ਕਰਨਾ, ਐਂਡ ਪ੍ਰੋਸੈਸ, ਕਿ ਪ੍ਰੋਸੈਸ ਸਟੇਟਮੈਂਟ ਕੀ ਹੋ ਜਾਵੇ? ਐਂਡ ਹੋ ਜਾਵੇ। ਹੁਣ ਮੈਂ ਜੋ ਮੇਰਾ ਆਰਕੀਟੈਕਚਰ ਨੂੰ ਮੈਂ ਨਾਮ ਦਿੱਤਾ ਸੀਗਾ ਐਕਸ ਵਾਈ ਜ਼ੈਡ, ਉਹਨੂੰ ਐਂਡ ਕਰਾਂਗਾ ਐਂਡ ਐਕਸ ਵਾਈ ਤੇ ਜ਼ੈਡ, ਠੀਕ ਹੈ। ਇਹ ਤੁਹਾਡਾ ਜੀ ਹਾਫ ਐਡਰ ਦਾ ਇੱਕ ਕੰਪਲੀਟ ਕੀ ਹੋ ਗਿਆ? ਤੁਹਾਡਾ ਪ੍ਰੋਗਰਾਮ ਹੋ ਗਿਆ, ਠੀਕ ਹੈ। ਕਿਸੇ ਨੂੰ ਡਾਊਟ ਇਹਦੇ ਵਿੱਚ? ਦੇਖੋ ਟਰੁਥ ਟੇਬਲ ਪਤਾ ਹੋਣਾ ਚਾਹੀਦਾ, ਮੈਥਡ ਇਹੀ ਰਹਿਣਾ, ਕਦੀ ਇਫ ਯੂਜ਼ ਹੋਣਾ, ਕਦੀ ਐਲਸ ਇਫ ਯੂਜ਼ ਹੋਣਾ, ਠੀਕ ਹੈ। ਪਰ ਜੇ ਸਾਨੂੰ ਟਰੁਥ ਟੇਬਲ ਪਤਾ ਹੈ ਤਾਂ ਤੁਸੀਂ ਕੁਝ ਵੀ ਇਹਦੇ ਵਿੱਚ ਕਰ ਸਕਦੇ ਹੋ। ਸਿੰਟੈਕਸ ਥੋੜਾ ਥੋੜਾ ਟਾਈਮ ਲੱਗੇਗਾ ਯਾਦ ਕਰਨ ਦੇ ਵਿੱਚ, ਕਿ ਜਿਹਦਾ ਆਰਕੀਟੈਕਚਰ ਹੈ, ਆਰਕੀਟੈਕਚਰ ਤੋਂ ਪਹਿਲਾਂ ਬਾਅਦ ਫਿਰ ਬਿਗਿਨ ਯੂਜ਼ ਕਰਨਾ ਹੈ, ਫਿਰ ਪ੍ਰੋਸੈਸ ਸਟੇਟਮੈਂਟ ਯੂਜ਼ ਕਰਨੀ, ਫਿਰ ਬਿਗਿਨ ਯੂਜ਼ ਹੋਣਾ ਹੈ, ਤੇ ਇਦਾਂ ਹੀ ਐਂਡ ਵੇਲੇ ਪਹਿਲਾਂ ਇਫ ਸਟੇਟਮੈਂਟ ਨੂੰ ਐਂਡ ਕਰਨਾ, ਫਿਰ ਪ੍ਰੋਸੈਸ ਸਟੇਟਮੈਂਟ ਨੂੰ ਐਂਡ ਕਰਨਾ, ਤੇ ਐਕਸ ਵਾਈ ਜ਼ੈਡ ਨੂੰ ਐਂਡ ਕਰਨਾ, ਠੀਕ ਹੈ। ਇਹ ਵਾਲਾ ਜਿਹੜਾ ਬਲੌਕ ਹੈ, ਇਹ ਮੇਰਾ ਲਾਇਬ੍ਰੇਰੀ ਬਲੌਕ ਹੈ, ਠੀਕ ਹੈ। ਇਹ ਜਿਹੜਾ ਹੈਗਾ ਆ, ਇਹ ਐਂਟੀਟੀ ਬਲੌਕ ਹੈ, ਠੀਕ ਹੈ। ਤੇ ਜਿਹੜਾ ਲਾਸਟ ਵਾਲਾ ਹੈਗਾ ਇਹ ਵਾਲਾ, ਇਹ ਪੂਰਾ ਕੀ ਹੈ? ਆਰਕੀਟੈਕਚਰ ਮੇਰਾ ਬਲੌਕ ਹੈ। ਇਹ ਵਾਲਾ ਕੀ ਹੈ? ਮੇਰਾ ਪੂਰਾ ਆਰਕੀਟੈਕਚਰ ਦਾ ਬਲੌਕ ਹੈਗਾ, ਠੀਕ ਹੈ। ਦੇਖਿਓ ਇਹਨੂੰ ਧਿਆਨ ਨਾਲ, ਦੁਬਾਰਾ ਸਟੱਡੀ ਕਰਿਓ, ਫਿਰ ਜੇ ਕੋਈ ਡਾਊਟ ਆਏਗਾ ਫਿਰ ਆਪਾਂ ਦੇਖਾਂਗੇ। ਸਿੰਟੈਕਸ ਦਾ ਬਸ ਥੋੜਾ ਧਿਆਨ ਦੇਣਾ, ਜਿੱਦਾਂ ਕੋਮਿਆਂ ਵਿੱਚ 0 1 ਲਿਖਣਾ ਹੈ, ਠੀਕ ਹੈ। ਜਿੰਨੇ ਵੀ ਬਾਈਨਰੀ ਡਿਜਿਟ ਹੈ, ਇਹ ਕੋਮੇ ਪੈਣੇ ਜ਼ਰੂਰੀ ਹੈ, ਠੀਕ ਹੈ। ਥੋੜਾ ਜਿਹਾ ਛੋਟੀ ਛੋਟੀ ਗੱਲਾਂ ਆ, ਇਹਨੂੰ ਪ੍ਰੋਗਰਾਮਿੰਗ ਦੇ ਵਿੱਚ ਜਿਹੜੀ ਯੂਜ਼ ਹੁੰਦੀਆਂ, ਪਰ ਇਹ ਸਭ ਤੋਂ ਸੌਖਾ ਮੈਥਡ ਹੈ ਪ੍ਰੋਗਰਾਮਿੰਗ ਕਰਨ ਦਾ, ਬਿਹੇਵੀਅਰ। ਜੇ ਤੁਹਾਨੂੰ ਟਰੁਥ ਟੇਬਲ ਯਾਦ ਹੈ, ਸਿੰਟੈਕਸ ਇਹੀ ਰਹਿਣਾ। ਇੱਥੇ 4 ਲਾਈਨਾਂ ਸੀ, ਅਗਰ 16 ਲਾਈਨਾਂ ਦਾ ਵੀ ਟਰੁਥ ਟੇਬਲ ਹੋ ਜਾਊਗਾ, 16 ਲਾਈਨਾਂ ਵੀ ਦੇ ਲਿਖਣੀਆਂ। ਫਸਟ ਚ ਇਫ ਲਿਖੋਗੇ, ਬਾਕੀ ਸਾਰਿਆਂ ਚ ਐਲਸ ਇਫ ਲਿਖੋਗੇ, ਐਂਡ ਦੇ ਵਿੱਚ ਐਲਸ ਲਿਖੋਗੇ। ਪਰ ਟਰੁਥ ਟੇਬਲ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ ਵਿੱਚ ਥੋੜੀ ਜਿਹੀ ਗਲਤੀ ਹੋ ਗਈ ਹੈ, ਇੱਥੇ ਵਿੱਚ ਵੀ ਇੱਕ ਚੀਜ਼ ਗਲਤੀ ਹੋਈ ਹੈ, ਇੱਥੇ ਇੱਥੇ ਵੀ ਕੋਮੇ ਪੈਣੇ ਆ। ਬਾਈਨਰੀ, ਕੋਈ ਬਾਈਨਰੀ ਆਪਾਂ ਯੂਜ਼ ਕਰ ਰਹੇ ਹਾਂ, ਬਾਈਨਰੀ ਹਰ ਚੀਜ਼ ਜਿਹੜੀ ਹੈਗੀ ਹੈ ਕੋਮੇ ਦੇ ਵਿੱਚ ਇਦਾਂ ਪੈਣੀ ਹੈ। 0 1 ਹਰ ਚੀਜ਼ ਜਿਹੜੀ ਹੈਗੀ ਹੈ, ਠੀਕ ਹੈ। ਮੈਂ ਸਕਿਪ ਕਰ ਦਿੱਤੇ ਸੀ, ਇਹ ਚੀਜ਼ ਨੂੰ ਧਿਆਨ ਦੇਣਾ, ਇਹ ਸਾਰੇ ਪਾਸੇ ਕੋਮੇ ਜ਼ਰੂਰ ਪੈਣੇ, ਨਹੀਂ ਤਾਂ ਸਿੰਟੈਕਸ ਐਰਰ ਆ ਜਾਊਗਾ। ਭਾਵੇਂ ਤੁਹਾਡਾ ਪ੍ਰੋਗਰਾਮ ਸਹੀ ਹੈ, ਪਰ VHDL ਪ੍ਰੋਗਰਾਮ ਇਹਨੂੰ ਸੌਫਟਵੇਅਰ ਦੇ ਵਿੱਚ ਆਪਾਂ ਰਨ ਕਰਾਂਗੇ, ਉਹ ਤਾਂ ਸਿੰਟੈਕਸ ਐਰਰ ਦੇ ਦੇਗਾ, ਠੀਕ ਹੈ। ਆਹ ਚੀਜ਼ ਜ਼ਰੂਰ ਧਿਆਨ ਦੇਣੀ ਹੈ। ਹਾਂਜੀ, ਸੌਫਟਵੇਅਰ 'ਚ ਵੀ ਰਨ ਕਰਾਂਗੇ ਪਲੱਸ ਇੱਕ, ਚਲੋ ਠੀਕ ਹੈ। ਪਹਿਲਾਂ ਸਟਾਰਟ ਤਾਂ ਕਰੋ, ਸੌਫਟਵੇਅਰ ਦੇ ਵਿੱਚ ਵੀ ਰਨ ਕਰਕੇ ਤੁਹਾਨੂੰ ਦਿਖਾ ਦਾਂਗੇ। ਇੰਸਟਾਲ, ਹਾਂਜੀ, ਹਾਂ ਹਾਂ, ਕਾਪੀ ਪੇਸਟ ਹੋ ਸਕਦਾ, ਤੁਸੀਂ ਬਸ ਲਿਖਣਾ ਹੀ ਹੈ, ਭਾਵੇਂ ਤੁਸੀਂ ਵਰਡ ਫਾਈਲ 'ਚ ਲਿਖ ਕੇ ਉਹ 'ਚ ਸਿੱਧਾ ਪੇਸਟ ਕਰ ਦਿਓ, ਠੀਕ ਹੈ। ਸੌਫਟਵੇਅਰ ਦੇ ਵਿੱਚ ਪੇਸਟ ਕਰ ਦੋਗੇ, ਸੌਫਟਵੇਅਰ ਦੇ ਵਿੱਚ ਰਨ ਹੋ ਜਾਏਗਾ। ਸੌਫਟਵੇਅਰ ਤੁਹਾਨੂੰ ਮੈਂ ਭੇਜਿਆ ਸੀਗਾ, ਸਿਮੂਲਿੰਕ ਯੂਜ਼ ਹੁੰਦਾ ਇਹਦੇ ਵਿੱਚ। ਨਹੀਂ ਨਹੀਂ, ਪ੍ਰੋਟੀਅਸ ਦਾ ਨਹੀਂ ਹੈ, ਸਿਮੂਲਿੰਕ ਸੌਫਟਵੇਅਰ ਇਹਦਾ ਯੂਜ਼ ਹੋਊਗਾ। ਤੁਹਾਨੂੰ ਮੈਂ ਲਿੰਕ ਭੇਜ ਦਾਂਗਾ ਇਹਦਾ, ਠੀਕ ਹੈ। ਤੇ ਫ੍ਰੀ ਫ੍ਰੀ ਸੌਫਟਵੇਅਰ ਹੈ, ਸਟੂਡੈਂਟ ਵਰਜ਼ਨ ਜਿਹੜਾ ਹੈਗਾ ਆ। ਤੁਸੀਂ ਅਗਰ ਤੁਹਾਡੇ ਕੋਲ ਲੈਪਟਾਪ ਹੈਗਾ, ਉਹ 'ਚ ਇੰਸਟਾਲ ਵੀ ਕਰ ਸਕਦੇ ਹੋ, ਅਗਰ ਤੁਸੀਂ ਰਨ ਕਰਨਾ ਹੈ। ਤੇ ਮੋਡਲ ਸਿਮ ਕਰਕੇ, ਮੋਡਲ ਸਿਮ ਨਾਮ ਹੈ। ਹਾਂ, ਕੀਲ ਨਹੀਂ ਇਹਦੇ ਵਿੱਚ ਯੂਜ਼ ਹੁੰਦਾ, ਕੀਲ ਮਾਈਕਰੋ ਕੰਟਰੋਲਰ 'ਚ ਯੂਜ਼ ਹੁੰਦਾ। ਹਾਂਜੀ ਹਾਂਜੀ, ਹਾਂ ਤੂੰ ਆਪਣਾ ਨਾਮ ਦੇ ਦੇ, ਕੋਈ ਵੀ ਲਿਖ ਸਕਦਾ, ਠੀਕ ਹੈ। ਜਿੱਦਾਂ ਇਹਦੇ ਵਿੱਚ ਦੇਖੋ, ਇਹ ਐਂਟੀਟੀ ਦਾ ਨਾਮ ਹੈ ਹਾਫ ਐਡਰ, ਤੁਸੀਂ ਕੁਝ ਵੀ ਦੇ ਸਕਦੇ ਹੋ, ਉੱਥੇ ਵੀ ABC ਲਿਖ ਸਕਦੇ ਹੋ, ਠੀਕ ਹੈ। ਆਹ ਆਰਕੀਟੈਕਚਰ ਦਾ ਨਾਮ ਹੈ XYZ, ਇਹਨੂੰ ਵੀ ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ, ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਦੇਣਾ, ਠੀਕ ਹੈ। ਉਹਦਾ ਕੋਈ ਬਾਈ ਡਿਫਾਲਟ ਰੂਲ ਨਹੀਂ ਹੈਗਾ ਕਿ ਤੁਸੀਂ ਇਹੀ ਦੇਣਾ ਹੈ, ਉਹ ਤੁਸੀਂ ਕੁਝ ਵੀ ਲਿਖ ਸਕਦੇ ਹੋ, ਯੂਜ਼ ਕਰ ਸਕਦੇ ਹੋ। ਕਲੀਅਰ ਹੋਇਆ ਇੰਨੀ ਗੱਲ? ਅਹ, ਠੀਕ ਹੈ, ਮੈਨੂੰ ਅਟੈਂਡੈਂਸ ਤੁਹਾਡੀ ਮਾਰਕ ਕਰਨ ਦਿਓ 1 ਮਿੰਟ।
शुभनीत है, राजन, वैभव, संचित है, दलवीर, दिवांशु, गुरविंदर, अजय, सरबजीत, हरीश, अमृत, अमनदीप, गुरदीप, बरिंदर, साहिल, अविनाश, आकाश ते कार्तिक। ठीक है, इस तो इलावा तो नहीं कोई हैगा? ठीक, ਠੀਕ ਹੈ, ਠੀਕ ਹੈ। ਬਾਕੀ ਆ ਦੇਖੋ, ਆ ਐਗਜ਼ਾਮਪਲ ਹੈ ਜਾਂ ਹਾਫ ਐਡਰ ਦੀ ਹੈ, ਤੁਸੀਂ ਕੋਈ ਵੀ ਟਰਾਈ ਕਰਿਓ। ਐਂਡ ਗੇਟ ਦਾ ਬਣਾ ਕੇ ਦੇਖਿਓ, ਭਾਵੇਂ ਮੈਨੂੰ ਬਾਅਦ ਚ WhatsApp ਕਰ ਦਿਓ, ਥੋੜਾ ਮੈਂ ਚੈੱਕ ਕਰਕੇ ਦੱਸ ਦਾਂਗਾ ਤੁਸੀਂ ਐਂਡ ਗੇਟ ਦਾ ਸਹੀ ਬਣਾਇਆ ਕਿ ਨਹੀਂ। ਠੀਕ ਹੈ, ਸਿੰਪਲ ਤੁਸੀਂ ਐਂਡ ਗੇਟ ਤੋਂ ਸਟਾਰਟ ਕਰੋ। ਐਂਡ ਗੇਟ ਦਾ ਟਰੁਥ ਟੇਬਲ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ। ਠੀਕ ਹੈ, ਐਂਡ ਗੇਟ ਦਾ ਸਟਾਰਟ ਕਰਕੇ ਤੁਸੀਂ ਇਹ ਵਾਲੇ ਮੈਥਡ ਦੇ ਨਾਲ ਪੂਰਾ ਪ੍ਰੋਗਰਾਮ ਬਣਾ ਕੇ ਦੇਖੋ, ਮੈਨੂੰ WhatsApp ਕਰ ਦਿਓ। ਫਿਰ ਮੈਂ ਤੁਹਾਨੂੰ ਚੈੱਕ ਕਰਕੇ ਰਿਪਲਾਈ ਕਰ ਦਾਂਗਾ ਕਿ ਕੀ ਗਲਤੀ ਹੈ, ਤੈਨੂੰ ਆਪਾਂ ਨੈਕਸਟ ਟਾਈਮ ਡਿਸਕਸ ਵੀ ਕਰ ਲਵਾਂਗੇ ਇੱਕ ਵਾਰ। ਠੀਕ ਹੈ ਜੀ, ਓਕੇ ਜੀ, ਠੀਕ ਹੈ ਬੱਚੇ। ਜਾ- ਹਾਂਜੀ, ਮੈਂ ਵੀ ਅਪਲੋਡ ਕਰ ਦਾਂਗਾ ਵੀਡੀਓ, ਚ ਦੇਖ ਲਿਓ ਦੁਬਾਰਾ। ਓਕੇ।